ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਸਵਾਗਤ ਹੈ ਜੀ। ਤੇ ਅਸੀਂ ਮਾਫੀ ਮੰਗਦੇ ਹਾਂ ਕਿ ਥੋੜੀ ਦੇਰੀ ਹੋ ਗਈ। तो ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਬੜੇ ਸਤਿਕਾਰਯੋਗ, ਬੜੇ ਸਪੈਸ਼ਲ, ਬੜੇ ਜ਼ਿਆਦਾ ਸਪੈਸ਼ਲ ਅੱਜ ਸਾਡੇ ਚੀਫ ਗੈਸਟ ਜਿਨ੍ਹਾਂ ਡਾਕਟਰ ਬ੍ਰਿਜਪਾਲ ਸਿੰਘ ਜੀ, ਜਿਨ੍ਹਾਂ ਨੂੰ 2 ਵਾਰੀ ਵੀ ਜੀ ਕਹੀਏ ਤਾਂ ਵੀ ਮੈਨੂੰ ਲੱਗਦਾ ਥੋੜਾ ਹੈ। ਤੇ ਸਾਡੇ ਇਸ ਕੈਂਪੇਨ ਦੇ ਨਾਲ ਜੁੜੇ ਹੋਏ ਸਾਰੇ ਹੀ ਸਾਡੇ ਮੈਂਟਰਸ ਜੋ ਸਾਨੂੰ ਗਾਈਡ ਕਰਦੇ ਨੇ, ਸਾਰੇ ਟੀਚਰਸ, ਐਗਜ਼ਾਮੀਨਰਸ, ਐਗਜ਼ੈਕਟਿਵ ਬੋਰਡ ਦੇ ਮੈਂਬਰਸ ਸਾਡੇ, ਤੇ ਵੱਡੀ ਮੈਜੋਰਿਟੀ ਵਿੱਚ ਜਿਹੜੇ ਤੁਸੀਂ ਜੁੜੇ ਹੋਏ ਹੋ ਲਾਈਵ YouTube ਤੇ ਇੱਥੇ ਜ਼ੂਮ ਤੇ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਹਦੇ ਵਿੱਚ ਰੂਬਰੂ ਵਿੱਚ ਡਾਕਟਰ ਬ੍ਰਿਜਪਾਲ ਸਿੰਘ ਜੀ। 100 ਦਾ ਸਾਡਾ ਇਹ ਪੈਕ ਸੀਗਾ ਜ਼ੂਮ ਦਾ ਤੇ 100 ਪੂਰੇ ਭਰ ਗਏ ਨੇ। ਹੁਣ ਬਾਕੀ ਜਾਣੇ YouTube ਤੇ ਸਾਡੇ ਨਾਲ ਜੁੜ ਰਹੇ ਨੇ। ਕਿਹੜੇ ਸਾਡੇ ਨਾਲ ਸਟੂਡੈਂਟਸ ਜੁੜੇ ਨੇ, ਇਹ ਕਿਵੇਂ ਸ਼ੁਰੂ ਹੋ ਗਿਆ, ਇਹ ਕਿਵੇਂ ਅੱਜ ਦੀ ਮੀਟਿੰਗ ਪਲਾਨ ਹੋਈ, ਉਹਦੇ ਬਾਰੇ ਮੈਂ ਥੋੜਾ ਚਾਹਾਂਗਾ। ABC ਇਹ ਸਾਡੀ ਕੈਂਪੇਨ ਹੈ, ਐਸਪੀਰੇਸ਼ਨਸ ਬਿਲਡਿੰਗ ਕੈਂਪੇਨ। ਰੀਡਿੰਗ ਦੀ, ਲੀਡਿੰਗ ਦੀ, ਇਹ ਜਿਹੜੀ ਅਸੀਂ ਸੋਚਿਆ ਵੀ ਕਿਵੇਂ ਪੰਜਾਬ ਦੇ ਬੱਚਿਆਂ ਵਿੱਚ ਅਸੀਂ ਸੀਡ ਪਾਈਏ, ਉਸ ਇੱਕ ਡ੍ਰੀਮ ਦੇ ਨਾਲ, ਉਸ ਵਿਜ਼ਨ ਦੇ ਨਾਲ ਇਹ ਕੈਂਪੇਨ ਸ਼ੁਰੂ ਹੋਈ ਸਾਡੀ। ਤੇ ਉਹਦੇ ਵਿੱਚ 1000 ਤੋਂ ਵੱਧ ਬੱਚਿਆਂ ਨੇ ਰਜਿਸਟਰ ਕਰ ਦਿੱਤਾ ਹੈ। 200 ਪਲੱਸ ਨੇ ਉਹਦੇ ਵਿੱਚ ਉਹਦਾ ਟ੍ਰਾਇਲ ਰਾਊਂਡ, ਪਹਿਲਾ ਰਾਊਂਡ ਕਰ ਲਿਆ ਹੈ। ਤੇ ਕਿੱਡੀ ਕਮਾਲ ਦੀ ਗੱਲ ਵੀ ਪਹਿਲੇ ਰਾਊਂਡ ਦੀ ਜਿਹੜੀ ਕਿਤਾਬ ਸੀ, ਕਿਤਾਬ ਕਿਹੜੀ ਸੀ? ਅ ਸਿੱਖ ਇਨ ਗ੍ਰੀਸ, ਇੱਕ ਸਿੱਖ ਯੂਨਾਨ ਵਿੱਚ, ਜਿਹਨੂੰ ਕਿਹਨੇ ਲਿਖਿਆ ਹੈ? ਡਾਕਟਰ ਬ੍ਰਿਜਪਾਲ ਸਿੰਘ ਜੀ ਨੇ। ਉਹ ਏਡੇ ਕਮਾਲ ਦੀ ਕਿਤਾਬ ਹੈ ਵੀ ਡਾਕਟਰ ਬ੍ਰਿਜਪਾਲ ਸਿੰਘ ਜੀ ਕਿਵੇਂ ਗ੍ਰੀਸ ਵਿੱਚ ਪੜ੍ਹਾਈ ਵਾਸਤੇ ਗਏ ਤੇ ਕਿਵੇਂ ਉਹਨਾਂ ਨੇ ਆਪਣੀ ਸਿੱਖੀ ਨੂੰ ਬਰਕਰਾਰ ਰੱਖਿਆ, ਹੈਨਾ। ਤੇ ਇੱਕ ਬੱਚੇ ਨੂੰ ਅਸੀਂ ਕੁਐਸਚਨ ਪੁੱਛਿਆ ਵੀ ਤੁਹਾਨੂੰ ਇਸ ਕਿਤਾਬ ਤੋਂ ਕੀ ਸਿੱਖਣ ਨੂੰ ਮਿਲਿਆ, ਕਿਉਂ ਇਹ ਕਿਤਾਬ ਚੰਗੀ ਲੱਗੀ? ਜਵਾਬ ਦਿੱਤਾ ਵੀ ਇਹ ਕਿਤਾਬ ਮੇਰੇ ਵਾਸਤੇ ਇਦਾਂ ਹੈਲਪਫੁਲ ਹੋਈ ਹੈ, ਯੂਜ਼ਫੁਲ ਹੋਏਗੀ, ਜਦੋਂ ਮੈਂ ਵੀ ਕਦੀ ਇਦਾਂ ਜਾਵਾਂਗਾ ਮੈਨੂੰ ਪਤਾ ਲੱਗ ਗਿਆ ਕਿਵੇਂ ਦੀਆਂ ਮੁਸ਼ਕਿਲਾਂ ਆਉਣਗੀਆਂ ਤੇ ਮੈਂ ਉਹਨਾਂ ਨੂੰ ਕਿਵੇਂ ਫੇਸ ਕਰਨਾ ਹੈ। ਤੇ ਉਹ ਬੱਚਿਆਂ ਵਾਸਤੇ ਜਿਨ੍ਹਾਂ ਨੇ ਟ੍ਰਾਇਲ ਪਲਾਨ ਕੀਤਾ ਵੀ ਇਹ ਰੀਡ ਟੂ ਰਿਵਾਰਡ ਹੈ, ਹੈਨਾ। ਇਹ ਰਿਵਾਰਡ ਟ੍ਰਾਇਲ ਰਾਊਂਡ ਦਾ ਅਸੀਂ ਸੋਚਿਆ ਇਹੀ ਰਿਵਾਰਡ ਹੋਵੇ ਵੀ ਉਸ ਜਿਹੜੀ ਬੁੱਕ ਉਹਨਾਂ ਨੇ ਪੜ੍ਹੀ, ਉਸ ਬੁੱਕ ਦੇ ਆਥਰ ਨਾਲ ਹੀ ਜੇ ਤੁਸੀਂ ਰੂਬਰੂ ਹੋ ਜਾਓ, ਹੈਨਾ। ਸੋ ਇਹ ਮੀਟਿੰਗ ਪਲਾਨ ਹੋ ਗਈ। ਸੋ ਡਾਕਟਰ ਬ੍ਰਿਜਪਾਲ ਸਿੰਘ ਜੀ ਦਾ ਤੇ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਜਿਹੜਾ ABC ਸਾਡੀ ਕੈਂਪੇਨ ਹੈ, ਐਸਪੀਰੇਸ਼ਨਸ ਬਿਲਡਿੰਗ ਕੈਂਪੇਨ, ABC ਹਮੇਸ਼ਾ ਪਹਿਲੀ ਪੌੜੀ ਹੁੰਦੀ ਹੈ, ਹੈਨਾ। ਤੁਸੀਂ ਸਕੂਲ ਦੀ ਪੜ੍ਹਾਈ ABC ਤੋਂ ਸਿੱਖਣੀ ਸ਼ੁਰੂ ਕਰਦੇ ਹੋ, ABC ਪਹਿਲੀ ਪੌੜੀ ਹੁੰਦੀ ਹੈ। ਇਹ ਕਿਹੜੀ ABC ਹੈ? ਅਸੀਂ ਦੁਨੀਆ ਨੂੰ ਇੱਕ ਨਵੀਂ ABC ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ABC ਹੈ not just of reading, this is ABC of learning, ABC of leading, है ना। Readers are leaders, ABC of exploring, ABC of discovering, of self improvement. So ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਹ ਰੂਬਰੂ ਦੇ ਵਿੱਚ। ਰੂਬਰੂ ਸ਼ਬਦ ਬਾਰੇ ਮੈਂ ਸੋਚ ਰਿਹਾ ਸੀ ਵੀ ਕਿੰਨਾ ਕਮਾਲ ਦਾ ਸ਼ਬਦ ਹੈ। ਏਦਾਂ ਲੱਗਦਾ ਹੈ ਰੂਹ ਦੇ ਸਾਹਮਣੇ ਰੂਹ ਬੈਠੀ ਹੋਈ ਹੈ, ਰੂਬਰੂ, ਹੈਨਾ, ਰੂਹ ਬਨਾਮ ਰੂਹ। ਸੋ ਸਾਡੇ ਨਾਲ ਭੈਣ ਜੀ ਸੰਦੀਪ ਕੌਰ ਜੀ ਜੁੜੇ ਹੋਏ ਹਨ। ਉਹ ਮੈਂ ਬੇਨਤੀ ਕਰਾਂਗਾ ਕਿ ਉਹ ਡਾਕਟਰ ਸਾਹਿਬ ਬਾਰੇ ਵੀ ਸਭ ਨੂੰ ਦੱਸਣ ਕਿ ਕਿੰਨੀ ਉੱਚੀ ਸ਼ਖਸੀਅਤ ਹਨ ਤੇ ਉਹਨਾਂ ਦਾ ਵੈਲਕਮ ਵੀ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਥੇ ਮੈਂ ਅੱਜ ਬਹੁਤ ਖੁਸ਼ੀ ਫਤਿਹ ਜੀ, ਬਹੁਤ ਹੀ ਖੁਸ਼ੀ ਮਹਿਸੂਸ ਕਰਦੀ ਪਈ ਹਾਂ ਕਿ ਇੰਨੀ ਔਨਰੇਬਲ ਤੇ ਇੰਸਪਾਇਰੇਬਲ ਪਰਸਨੈਲਿਟੀ ਨੂੰ ਇੰਟਰੋਡਿਊਸ ਕਰਨ ਦਾ ਜਿਹੜਾ ਹੈ ਸੇਵਾ ਮਿਲੀ ਹੈ ਜੀ। ਡਾਕਟਰ ਬ੍ਰਿਜਪਾਲ ਸਿੰਘ ਜੀ ਦਾ ਹਰ ਕਿਹਾ ਸ਼ਬਦ ਨਾ ਸਾਡੇ ਵਾਸਤੇ ਇੱਕ ਜੈਮ ਦੀ ਤਰ੍ਹਾਂ ਹੁੰਦਾ ਹੈ ਤੇ ਉਹਨਾਂ ਦੀ ਜਿਹੜੀ ਹੈਗੀ ਉਹਨਾਂ ਵਿੱਚ ਟੈਂਡੈਂਸੀ ਹੈ ਕਿ ਉਹ ਸਾਡੀ ਜਿਹੜੀ ਸਪਿਰਿਟ ਆਫ ਐਕਸੀਲੈਂਸ ਹੈ ਨਾ ਉਹਨੂੰ ਇਗਨਾਈਟ ਕਰ ਦਿੰਦੇ ਆ ਇੱਕਦਮ। ਤੇ ਸਭ ਤੋਂ ਸਪੈਸ਼ਲੀ ਜਿਹੜੀ ਆ ਉਹਨਾਂ ਵਿੱਚ ਕੈਪੇਬਿਲਿਟੀ ਹੈ ਨਾ ਕਿ ਉਹ ਜਦੋਂ ਉਹਨਾਂ ਨੂੰ ਦੇਖੀਦਾ ਆ ਤਾਂ ਸਿੱਧਾ ਵਾਹਿਗੁਰੂ ਜੀ ਨਾਲ ਜੋੜਦੇ ਆ। ਮੈਂ ਤਾਂ ਇਹ ਕਹੂੰਗੀ ਕਿ ਬ੍ਰਿਜਪਾਲ ਅੰਕਲ ਜਿਹੜੇ ਨੇ ਨਾ, ਬ੍ਰਿਜਪਾਲ ਅੰਕਲ ਇੱਕ ਵੰਡਰਫੁਲ ਬ੍ਰਿਜ ਨੇ ਐਕੈਡੈਮਿਕ ਤੇ ਸਪਿਰਿਚੁਅਲ ਐਕਸਲੈਂਸ ਦੇ ਵਿੱਚ। ਉਹਨਾਂ ਦੀ ਸਾਰੀ ਜਿਹੜੀ ਲਾਈਫ ਹੈਗੀ ਆ ਹੁਣ ਤੱਕ ਦੀ ਜਾਂ ਅੱਗੇ, ਉਹ ਹਰ ਕਦਮ ਹਰ ਸ਼ਬਦ ਜਿਹੜਾ ਸਾਡੇ ਵਾਸਤੇ ਇੰਸਪਾਇਰਿੰਗ ਹੁੰਦਾ ਆ। ਉਹਨਾਂ ਦਾ ਹਰ ਬੋਲਿਆ ਸ਼ਬਦ, ਹਰ ਕੀਤਾ ਕੰਮ ਇੱਕ ਰਿਮਾਰਕੇਬਲ ਅਚੀਵਮੈਂਟ ਹੈ ਸਾਡੇ ਵਾਸਤੇ, ਸਾਡੇ ਸਾਰਿਆਂ ਵਾਸਤੇ। ਪਰ
ਫਿਰ ਵੀ ਮੈਂ ਇੱਥੇ ਕੁਝ ਉਹਨਾਂ ਦੁਆਰਾ ਜਿਹੜੀਆਂ ਵਿਸ਼ੇਸ਼ ਰਿਮਾਰਕੇਬਲ ਅਚੀਵਮੈਂਟਸ ਆ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ। ਸਭ ਤੋਂ ਪਹਿਲਾਂ ਡਾਕਟਰ ਬ੍ਰਿਜਪਾਲ ਸਿੰਘ ਜੀ ਜਿਹੜੇ ਨੇ ਉਹ ਉਹਨਾਂ 5 ਏਸ਼ੀਅਨਸ ਵਿੱਚੋਂ ਸੀਗੇ ਜਿਨ੍ਹਾਂ ਨੂੰ ਸਟੇਟ ਸਕਾਲਰਸ਼ਿਪ ਫਾਊਂਡੇਸ਼ਨ ਆਫ ਗਵਰਨਮੈਂਟ ਆਫ ਗ੍ਰੀਸ ਨੇ 1976 ਤੇ 77 ਦੇ ਵਿੱਚ ਡਾਕਟਰਲ ਸਟੱਡੀ ਲਈ ਅਵਾਰਡ ਕੀਤਾ ਸੀ। एथेंस ਵਿੱਚ ਉਹ 1977 ਤੋਂ ਲੈ ਕੇ 80 ਤੱਕ ਰਹੇ। He was awarded PhD degree by the Athens Schools of Economics and Business Sciences in 1980 with a very special remark, very good. Dr. Brijpal Singh ji ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਉਹਨਾਂ ਨੇ ਸੇਵਾਵਾਂ ਦਿੱਤੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਉਹਨਾਂ ਨੇ ਕੰਮ ਕੀਤਾ ਐਜ਼ ਅ ਰੀਡਰ ਇਨ ਇਕਨੋਮਿਕਸ। ਫਿਰ ਉਹ ਰਿਟਾਇਰਡ ਹੋਏ ਪ੍ਰੋਫੈਸਰ ਆਫ ਇਕਨੋਮਿਕਸ ਐਟ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ ਮਸੂਰੀ। ਇੱਥੇ ਮੈਂ ਦੱਸਣਾ ਚਾਹਾਂਗੀ ਕਿ ਇਹ ਜਿਹੜੀ ਅਕੈਡਮੀ ਹੈਗੀ ਆ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ ਇੱਕ ਛੋਟੀ ਮੋਟੀ ਅਕੈਡਮੀ ਨਹੀਂ, ਇਹ ਉਹ ਅਕੈਡਮੀ ਹੈਗੀ ਆ ਜਿੱਥੇ ਸਾਰੇ IAS IPS ਆਫਿਸਰਸ ਉਹਨਾਂ ਨੂੰ ਆਪਣੇ ਸਟੇਸ਼ਨ ਅਲਾਟਮੈਂਟ ਤੋਂ ਪਹਿਲਾਂ ਉਹਨਾਂ ਨੂੰ ਟ੍ਰੇਨਡ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਆਪਣੀ ਕਿਵੇਂ ਜੌਬ ਕਰਨੀ ਹੈ। ਤਾਂ ਉੱਥੇ ਮਤਲਬ ਇਹ ਆਪਾਂ ਕਹਿ ਸਕਦੇ ਹਾਂ ਕਿ ਅੰਕਲ ਜੀ IAS ਆਫਿਸਰਸ IPS ਆਫਿਸਰਸ ਦੇ ਟੀਚਰ ਨੇ, ਉਹਨਾਂ ਨੂੰ ਪੜ੍ਹਾਉਣ ਵਾਲੇ ਨੇ। ਉਹਨਾਂ ਦੀ ਜੋ ਤੁਸੀਂ ਸਾਰੇ ਜਣਿਆਂ ਨੇ ਬੁੱਕ ਪੜ੍ਹੀ ਹੈ ਜਿਹਦਾ ਟ੍ਰਾਇਲ ਰਾਊਂਡ ਕੀਤਾ ਸਿੱਖ ਇਨ ਗ੍ਰੀਸ, ਉਹ ਸਭ ਤੋਂ ਪਹਿਲੀ ਵਾਰੀ ਜਿਹੜੀ ਪਬਲਿਸ਼ ਹੋਈ ਸੀ ਸਿੱਖ ਰਿਵਿਊ ਚ ਸੈਪਟੈਂਬਰ 1978 ਦੇ ਵਿੱਚ। ਉਸ ਤੋਂ ਬਾਅਦ ਰੀਪਬਲਿਸ਼ ਹੋਈ ਸਿੱਖ ਕੋਰੀਅਰ ਲੰਡਨ ਬਾਈ ਦੀ ਗੁਰੂ ਨਾਨਕ ਦੇਵ ਮਿਸ਼ਨ ਪਟਿਆਲਾ ਐਜ਼ ਦ ਟਰੈਕ ਨੰਬਰ 248। ਹਮੇਸ਼ਾ ਜਦੋਂ ਵੀ ਤੁਸੀਂ ਉਹਨਾਂ ਨੂੰ ਮਿਲੋ ਉਹਨਾਂ ਦਾ ਚਾਹੇ ਤੁਸੀਂ ਉਹਨਾਂ ਨਾਲ ਐਕੈਡੈਮਿਕ ਪੱਖ ਤੋਂ ਗੱਲ ਕਰਦੇ ਹੋਵੋ, ਉਹ ਹਮੇਸ਼ਾ ਉਹਨੂੰ ਸਪਿਰਿਚੁਅਲੀ ਜੋੜਨਗੇ। ਉਹ ਤੁਹਾਨੂੰ ਹਰ ਕੰਮ ਦੇ ਵਿੱਚ ਹਰ ਗੱਲ ਦੇ ਨਾਲ ਗੁਰੂ ਨਾਲ ਜੋੜਨਗੇ ਕਿ ਕੁਝ ਵੀ ਹਾਸਿਲ ਕਰਨਾ ਆ ਤਾਂ ਉਹ ਗੁਰੂ ਦੇ ਨਾਲ ਆ, ਗੁਰੂ ਸਭ ਤੋਂ ਉੱਪਰ, ਬਾਕੀ ਸਭ ਚੀਜ਼ਾਂ ਥੋੜੀਆਂ ਨੇ। ਹੁਣ ਉਹ ਆਪਣੀ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਆਪਣਾ ਸਾਰਾ ਜਿਹੜਾ ਟਾਈਮ ਹੈਗਾ ਆ ਗੁਰਸਿੱਖ ਬੱਚੇ ਬੱਚੀਆਂ ਨੂੰ ਟ੍ਰੇਨਡ ਕਰਦੇ ਨੇ ਵੱਡੀਆਂ ਵੱਡੀਆਂ ਗਵਰਨਮੈਂਟ ਆਫੀਸ਼ੀਅਲ ਪੋਸਟਸ ਲਾਈਕ IAS IPS ਆਫਿਸਰ ਵਾਸਤੇ। ਤੇ ਉਹ ਇੱਥੇ ਮੈਂ ਨਾਲ ਐਡ ਕਰਾਂਗੀ ਕਿ ਬ੍ਰਿਜਪਾਲ ਅੰਕਲ ਜੀ ਡਾਕਟਰ ਮਨਮੋਹਨ ਸਿੰਘ ਜੀ ਤੋਂ ਪੜ੍ਹੇ ਹੋਏ ਨੇ, ਜਿਨ੍ਹਾਂ ਦੀ ਆਪਾਂ ਬਹੁਤ ਸਾਰੇ ਰਿਸਪੈਕਟ ਕਰਦੇ, ਉਹਨਾਂ ਤੋਂ ਪੜ੍ਹੇ ਹੋਏ ਨੇ। ਤੇ ਨਾਲ ਹੀ ਅੱਜ ਕੱਲ ਸਾਰੀ ਜਿਹੜੀ ਯੂਥ ਹੈਗੀ ਆ ਉਹਨਾਂ ਦਾ ਜੋ ਅੱਜ ਕੱਲ ਰੋਲ ਮਾਡਲ ਬਣੇ ਹੋਏ ਨੇ ਅਰਵਿੰਦ ਕੇਜਰੀਵਾਲ ਜੀ ਡਾਕਟਰ ਬ੍ਰਿਜਪਾਲ ਸਿੰਘ ਜੀ ਤੋਂ ਪੜ੍ਹੇ ਹੋਏ ਆ। ਤਾਂ ਤੁਸੀਂ ਖੁਦ ਫੀਲ ਕਰੋ ਕਿ ਅਸੀਂ ਸਾਰੇ ਖੁਦ ਫੀਲ ਕਰੀਏ ਕਿ ਸਾਡੇ ਵਿੱਚ ਕਿੰਨੀ ਮਹਾਨ ਪਰਸਨੈਲਿਟੀ, ਅੱਛਾ ਮਹਾਨ ਪਰਸਨੈਲਿਟੀ, ਨਿਮਰਤਾ ਦੀ ਭਰੀ ਹੋਈ ਪਰਸਨੈਲਿਟੀ, ਐਵੇਂ ਦੀ ਪਰਸਨੈਲਿਟੀ ਅੱਜ ਸਾਡੇ ਵਿੱਚ ਹੈਗੀ ਆ। ਮੈਂ ਸੱਚੀ ਬਹੁਤ ਹੀ ਬਲੈਸਡ ਫੀਲ ਕਰਦੀ ਆ ਡਾਕਟਰ ਸਾਹਿਬ ਨੂੰ, ਡਾਕਟਰ ਬ੍ਰਿਜਪਾਲ ਸਿੰਘ ਸਾਡੇ ਬਹੁਤ ਪਿਆਰੇ ਅੰਕਲ ਜੀ ਨੂੰ ਵੈਲਕਮ ਕਰਨ ਲਈ। ਤੇ ਬਹੁਤ ਈਗਰ ਹੈਗੇ ਆ ਕਿ ਅੰਕਲ ਜੀ ਪਲੀਜ਼ ਤੁਸੀਂ ਆਓ, ਤੇ ਅਸੀਂ ਹਮੇਸ਼ਾ ਹੀ ਬਹੁਤ ਈਗਰ ਹੁੰਨੇ ਆ ਤੁਹਾਡੇ ਪ੍ਰੈਸ਼ੀਅਸ ਵਰਡ ਸੁਣਨ ਨੂੰ, ਹੁਣ ਵੀ ਬਹੁਤ ਈਗਰ ਹੈਗੇ ਆ। ਬਹੁਤ ਬਹੁਤ ਸਵਾਗਤ ਅੰਕਲ ਜੀ ਤੁਹਾਡਾ। ਤੇ ਪਲੀਜ਼ ਆਪਣੇ ਜਿਹੜੇ ਹੈਗੇ ਪ੍ਰੈਸ਼ੀਅਸ ਵਰਡ ਸਾਡੇ ਨਾਲ ਸ਼ੇਅਰ ਕਰੋ, ਆਪਣੇ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰੋ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ, ਸਾਰੇ ਸਟੂਡੈਂਟਸ ਨੂੰ ਕਿ ਸਾਰੇ ਰੀਡਰਸ ਨੂੰ ਕਿ ਉਹ ਕੁਐਸਚਨਸ ਵੀ ਤਿਆਰ ਰੱਖਣ। ਇਸ ਤੋਂ ਬਾਅਦ ਅਸੀਂ ਕੁਐਸਚਨ ਆਨਸਰਸ ਰਾਊਂਡ ਵੀ ਕਰਾਂਗੇ ਡਾਕਟਰ ਬ੍ਰਿਜਪਾਲ ਸਿੰਘ ਜੀ ਤੋਂ, ਤੁਸੀਂ ਜੋ ਕੁਐਸਚਨਸ ਪੁੱਛਣਾ ਚਾਹੋ। ਹੁਣ ਅਸੀਂ ਰੂਬਰੂ ਹੁੰਨੇ ਆ ਡਾਕਟਰ ਬ੍ਰਿਜਪਾਲ ਸਿੰਘ ਜੀ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। वाहिगुरु जी, मेरी आवाज आ रही है जी? हाँ जी, हाँ जी वाहिगुरु जी। पहले मैनू मेरे बच्चे दसो मैं कितना समा है मैं जेड़ा बोलना है, मैं उसे दे विच रवां। हाँ, ਅਸੀਂ ਸੋਚਿਆ ਸੀ ਜੀ ਕਿ 20 ਮਿੰਟਸ ਤੁਸੀਂ ਸਾਰਿਆਂ ਨੂੰ ਐਡਰੈਸ ਕਰੋ, ਫਿਰ ਅਸੀਂ 15 ਮਿੰਟਸ ਕੁਐਸਚਨ ਆਨਸਰ कोई ਕਰੀਏ। खास
कोई खास गल इस 20 मिनट जो तुसी चाहते हो कि ये मैं जरूर कवां? ਤੁਸੀਂ ਗ੍ਰੀਸ ਬਾਰੇ ਵੀ ਜ਼ਰੂਰ ਦੱਸੋ, ਜਿਹੜੀਆਂ ਚੀਜ਼ਾਂ ਤੁਸੀਂ ਕਿਤਾਬ ਵਿੱਚ ਨਹੀਂ ਦੱਸ ਪਾਏ। ਤੇ ਵੈਸੇ ਜਨਰਲ ਵੀ, ਕਿਉਂਕਿ ਸਾਰੇ ਰੀਡਰਸ ਨੇ, ਤੇ ਰੀਡਿੰਗ ਲਈ, ਲੀਡਿੰਗ ਲਈ ਜੋ ਤੁਸੀਂ ਕੋਈ ਉਹਨਾਂ ਨੂੰ ਸਪੈਸ਼ਲ ਟਿਪਸ ਦੇਣਾ ਚਾਹੋ। सतबचन जी। वाहिगुरु जी का खालसा, वाहिगुरु जी की फतेह। मैं एक बार फिर सारे बच्चों दे कोल हाजिर हाँ। मेरे वास्ते बड़ी औखी जही घड़ी है, क्योंकि जो कुछ हुण तक दसिया बोलिया गया वो सारा गलत बोलिया गया। मैं किवें कवां ठीक है। ते हौली जी मैं अपने मन विच किया सी, जिन्ना किया भी ये एडे वड्डे ते है ते ਉਹ ਤੇ मैं ਉਹਦੇ ਵਿੱਚ मन विच ਇੱਕੋ किया सी पंजाबी स्टाइल विच कि मिट्टी ते सुआ। ਅਸੀਂ ਸਾਰੇ ਮਿੱਟੀ ਤੇ ਸੁਆ ਹੀ ਹਾਂ। ਕਿਵੇਂ ਇਹ ਮਿੱਟੀ ਚਾਨਣਾ ਬਣ ਜਾਏ, ਕਿਵੇਂ ਇਹ ਮਿੱਟੀ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਕਿਵੇਂ ਇਸ ਮਿੱਟੀ ਨੂੰ ਪਹਿਲੇ ਇਹ ਪਤਾ ਚੱਲੇ ਕਿ ਮੈਂ ਕੌਣ ਹਾਂ, ਮੈਂ ਕਿੱਥੇ ਆਇਆ ਹਾਂ, ਆਈ ਹਾਂ, ਕਿਉਂ ਆਇਆ ਹਾਂ, ਕੀ ਲੈਣਾ है, की लैके जाना है। देखो एक निक्की जी गल है, कल मैं किसी व्यक्ति नाल टैलीफोन ते गल कर रहा था कि गुरु जी ने तो लिखा है कि साचा सदा ही साचा है, जुग जुग साचा है भी होसी, कौन ना मूआ कौन ना मरसी। असी सारे ही इत्थे आया जान वास्ते। ਜਿਹੜੀ ਆਣ ਤੇ ਜਾਣ ਦੀ ਇੰਟਰਵਲ ਹੈ, ਜਿਹਨੂੰ ਅਸੀਂ ਲਾਈਫ ਕਹਿੰਦੇ ਆ, ਜਿਹਨੂੰ ਅਸੀਂ ਜੀਵਨ ਕਹਿੰਦੇ ਆ, ਉਹ ਕਿਉਂ ਹੈ ਤੇ ਮੈਂ ਉਹਦੇ ਵਿੱਚ ਕੀ ਲੈਣਾ ਹੈ ਤੇ ਕੀ ਕਰਨਾ ਹੈ। ਜੇ ਮੈਂ ਆਪਣੇ ਆਪ ਨੂੰ ਪ੍ਰਸ਼ਨ ਕਰ ਸਕਾਂ, सुन रे तू कौन कहाँ ते आयो, इतना न जाने केतिक मुद्दत चलते खबर ना पायो। तेनू तो पता भी नहीं चलना ਜਦੋਂ ਤੂੰ ਜਾਣ ਜੋਗਾ ਹੋ ਜਾਣਾ ਹੈ। ਵੈਸੇ ਤੇ ਕਿਸੇ ਨੂੰ ਹੀ ਨਹੀਂ ਪਤਾ ਚੱਲਦਾ ਕਿੰਨੀ ਵੀ ਉਮਰ ਵਿੱਚ ਹੋਏ ਉਹਨੇ ਕਦੋਂ ਤੁਰ ਜਾਣਾ ਹੈ। ਤੇ ਜਿਹੜਾ ਮੇਰੇ ਵਰਗਾ 82 ਦੇ ਨੇੜੇ ਪਹੁੰਚਿਆ, ਉਹਨੂੰ ਤਾਂ ਆਂਢ ਗੁਆਂਢ ਅੱਗੇ ਪਿੱਛੇ ਸਾਰੇ ਇਹੀ ਪੁੱਛਦੇ ਨੇ, ਹਾਲੇ ਤੇ ਠੀਕ ਹੈ ਜੀ? ਹਾਂ ਜੀ। ਇਹਦਾ ਮਤਲਬ ਹੁੰਦਾ ਵੀ ਹਾਲੇ ਮਰੇ ਤੇ ਨਹੀਂ ਹੋ, ਜਿਉਂਦੇ ਹੀ ਹੋ। ਸੋ ਸਭ ਤੋਂ ਪਹਿਲੀ ਗੱਲ ਇਹ ਅਸੀਂ ਵਿਚਾਰਨੀ ਹੈ कि मैं सिर्फ पढ़ाई करन आया, कि मैं नौकरी करन आया, नौकरी करके पैसे कमान आया, पैसे कमान आया कि शोहरत कमान आया, वाहवा लैन आया। मेरे सतगुरु जी ये सारिया गल्लां जिन्हां नूं असीं चाहते हाँ ते जिन्हां नूं लैण लई कल्पदे आ कि ये जरूर मिलन, मेरे सतगुरु जी साडे नाल सहमत नहीं आ। वो कहते ने दुनिया किया वड्याइयां अगी सेती जाल, ये सारिया इन जली नाम विस्तारिया एक ना चली ना, इन्हां तेरे नाल नहीं जाना। हुण मैनू ते पता भी नहीं मैं कित्थों आया, ये भी पता नहीं कित्थे जाना है, ये भी नहीं पता की लैके जाना चाहिए। फिर मैनू कौन दसे? ये निरंकार ने यह फैसला निरंकारी जोत रूप विच गुरु ग्रंथ साहब विच प्रारंभ विच ही एक कर दिता ते लिख दिता। गुरु ग्रंथ साहब स्टार्ट है मूल मंत्र तो। असी सारे अमृत वेले सानू पढ़ना चाहिए। चलो कई पढ़ते भी होंगे। अखां खोलो ते रब नाल जुड़न लई बैठ जाओ चौकड़ी मार के। मेरी सारियां नूं ये रिक्वेस्ट है, होर कुछ लवो ना लवो, अज कम से कम अपने मन नाल एक ही प्रॉमिस कर लवो, मैं भी तुसीं भी सारे जो सुन रहे, कि अखां खोल के मुंह हाथ धो के असी अपने ही बिस्तर पे बैठ के घट तो घट 5-10 वारी
ਸਿਰਫ ਮੂਲ ਮੰਤਰ ਸਾਹਿਬ ਜੀ ਦਾ ਪਾਠ ਕਰੀਏ। ਮੈਂ ਇਸ ਲਈ ਕਹਿ ਰਿਹਾ ਕਿ ਮੇਰੇ ਸਾਰੇ ਪ੍ਰਸ਼ਨਾਂ ਦੇ ਉੱਤਰ ਇਹ ਮੂਲ ਮੰਤਰ ਦੇ ਵਿੱਚ ਹੀ ਨੇ। ਇੱਕੋ ਓੰਕਾਰ, ਸਿਰਫ ਇੱਕੋ ਵਾਹਿਗੁਰੂ ਹੈ, ਹੋਰ ਕੁਝ ਹੈ ਹੀ ਨਹੀਂ, ਹੋਰ ਕੁਝ ਵੀ ਨਹੀਂ। ਉਸੇ ਦਾ ਦਬਦਬਾ, ਉਸੇ ਦਾ ਤੇਜ, ਉਸੇ ਦਾ ਪ੍ਰਤਾਪ, ਉਸੇ ਦਾ ਹੁਕਮ ਉਹ ਵਰਤ ਰਿਹਾ ਹੈ ਜਿਸ ਨੂੰ ਅਸੀਂ ਨਾਮ ਕਹਿੰਦੇ ਹਾਂ। ਕਰਤਾ ਵੀ ਉਹੀ ਹੈ, ਸਭ ਕੁਝ ਉਹੀ ਕਰ ਰਿਹਾ ਹੈ, ਨਿਰਭਉ ਹੈ, ਨਿਰਵੈਰ ਹੈ। ਮੈਂ ਸਾਰਾ ਨਹੀਂ ਦੱਸਦਾ। ਜਿਹੜੀ ਆਖਰੀ ਲਾਈਨ ਹੈ ਮੂਲ ਮੰਤਰ ਦੀ ਕਿ ਗੁਰ ਪ੍ਰਸਾਦ, ਮੈਨੂੰ ਵਾਹਿਗੁਰੂ ਜੀ ਇਹ ਦੱਸਦੇ ਹਨ ਕਿ ਇਹਦਾ ਭਾਵ ਹੈ ਕਿ ਵਾਹਿਗੁਰੂ ਆਪ ਇਸ ਦੁਨੀਆ ਦੇ ਵਿੱਚ ਮੁਜੱਸਮ ਜਿਸਮ ਦੇ ਵਿੱਚ ਪ੍ਰਤੱਖ ਹੋਣ ਲਈ ਗੁਰੂ ਬਣ ਕੇ ਆਉਂਦਾ। ਗੁਰੂ ਉਹਦਾ ਪ੍ਰਤੱਖ ਸਰੂਪ ਹੈ ਤੇ ਇਹ ਕਿਉਂ ਹੈ? ਇਹ ਉਹਦਾ ਪ੍ਰਸਾਦ ਹੈ, ਉਹਦੀ ਕਿਰਪਾ ਹੈ। ਵਾਹਿਗੁਰੂ ਨੇ ਜਦੋਂ ਇਸ ਸੰਸਾਰ ਨੂੰ ਕਿਰਪਾ ਦੇਣੀ ਹੈ ਤਾਂ ਉਹ ਗੁਰੂ ਬਣ ਕੇ ਦਿੰਦਾ ਹੈ। ਸੋ ਜੇ ਗੁਰੂ ਹੀ ਕਿਰਪਾ ਹੈ ਤਾਂ ਮੈਂ ਗੁਰੂ ਤੋਂ ਹੀ ਪੁੱਛਾਂਗਾ ਨਾ ਵੀ ਮੈਂ ਕੌਣ ਹਾਂ। ਮੈਨੂੰ ਤਾਂ ਕੁਝ ਨਹੀਂ ਪਤਾ ਮੈਂ ਕਿੱਥੋਂ ਆਇਆ, ਮੈਨੂੰ ਤੇ ਨਹੀਂ ਪਤਾ ਮੈਂ ਕਿੱਥੇ ਜਾਣਾ ਹੈ, ਮੈਨੂੰ ਇਹ ਵੀ ਨਹੀਂ ਪਤਾ ਮੈਂ ਕਿਉਂ ਆਇਆ। ਇਹ ਸਾਰਾ ਕੁਝ ਗੁਰਬਾਣੀ ਦਿੰਦੀ ਹੈ, ਦੱਸਦੀ ਹੈ। ਸੋ ਇਹਨਾਂ ਪ੍ਰਸ਼ਨਾਂ ਦੇ ਉੱਤਰ ਮੇਰੇ ਗੁਰੂ ਗੁਰੂ ਨਾਨਕ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੇ ਉੱਤਰ ਦਿੰਦੇ। ਇਹ ਸਾਰਾ ਕੁਝ ਮੈਨੂੰ ਪਤਾ ਨਹੀਂ ਸੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਮੈਨੂੰ ਕੱਖ ਨਹੀਂ ਸੀ ਪਤਾ। ਮੈਂ ਜਾਣਾ ਸੀ ਤੇ ਮੇਰੇ ਘਰ ਇੱਕ ਅਭਿਲਾਸ਼ਾ ਸੀ ਮੇਰੀ ਕਿ ਮੈਂ ਵੀ PhD ਕਰਾਂ ਤੇ ਚੰਗੀ PhD ਕਰਾਂ। ਗਰੀਬ ਘਰ ਦਾ ਬੱਚਾ ਸਾਂ, BA ਕਰਨੀ ਵੀ ਬੜੀ ਔਖੀ ਸੀ, MA ਹੋਰ ਵੀ ਔਖੀ ਸੀ, PhD ਲੱਗਦਾ ਸੰਭਵ ਹੀ ਨਹੀਂ ਹੈ। ਤੇ ਮੈਂ ਟੀਚਾ ਲਾ ਬੈਠਾ ਗੁਰੂ ਨਾਲ ਕਿ ਸੱਚੇ ਪਾਤਸ਼ਾਹ ਮੈਨੂੰ PhD ਵੀ ਦਿਓ ਤੇ ਫੋਰਨ ਕੰਟਰੀ ਦੀ PhD ਦਿਓ। ਕਿਉਂਕਿ ਫੋਰਨ ਕੰਟਰੀ ਕੋਈ ਬਹੁਤੀ ਵੱਡੀ ਮੋਹਰ ਨਹੀਂ ਹੁੰਦੀ, ਪਰ ਜਿਸ ਵੇਲੇ ਮੈਂ ਕੀਤਾ ਉਸ ਵੇਲੇ ਸੀ ਸ਼ਾਇਦ, ਜਾਂ ਐਟਲੀਸਟ ਮੈਂ ਮੂਰਖ ਨੂੰ ਇਹ ਲੱਗਿਆ ਸੀ। ਸੋ ਇੱਕ ਦਿਨ ਮੇਰੇ ਘਰ ਕੋਈ ਗੁਰਮੁਖ ਪਿਆਰੇ ਘਰ ਆ ਗਏ, ਅਚਾਨਕ ਆ ਗਏ, ਰਾਤ ਰੁਕੇ। ਉਹਨਾਂ ਨੇ ਬੜਾ ਪਿਆਰ ਦਿੱਤਾ। ਜਾਂਦੇ ਹੋਏ ਘਰ ਦੇ ਬਾਹਰ ਖੜਾ ਸੀ ਜਦੋਂ ਮੈਂ, ਮੋਢੇ ਦੇ ਉੱਤੇ ਹੱਥ ਰੱਖ ਕੇ ਤੇ ਪਿਆਰ ਨਾਲ ਕਹਿੰਦੇ ਨੇ, ਜਾ ਵਾਹਿਗੁਰੂ ਨਾਮ ਚੇਤਾਵੇ। ਮੈਂ ਸੁਣ ਕੇ ਪ੍ਰਸੰਨ ਨਹੀਂ ਹੋਇਆ, ਔਖਾ ਹੋ ਗਿਆ। ਮੈਂ ਕਿਹਾ ਇਹ ਕਹਿੰਦੇ ਜਾਂ ਨਾਮ ਚੇਤਾਵੇ, ਮੈਂ ਤੇ ਫਾਰਨ PhD ਮੰਗਦਾ ਫਿਰਦਾ ਵਾਂ ਤੇ ਕਹਿੰਦੇ ਬਸ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਨਾਮ ਚੇਤਾਵੇ ਦਾ ਅਸੀਂ ਇਹੀ ਮਤਲਬ ਲੈਂਦੇ ਹਾਂ। ਸੋ ਮੇਰੇ ਮਨ ਵਿੱਚ ਡਾਊਟ ਹੋ ਗਿਆ। ਪਤਾ ਨਹੀਂ ਕਦੋਂ ਕਿਸ ਵੇਲੇ ਕਿਵੇਂ ਮੇਰਾ ਸਤਿਗੁਰ ਤਰੁੱਠ ਪਿਆ। ਤੇ ਜਦੋਂ ਉਹ ਤਰੁੱਠ ਪਏ ਤਾਂ ਕੀ ਉਹ ਦਿੰਦਾ? ਉਹ ਨਹੀਂ ਦਿੰਦਾ ਜੋ ਮੈਂ ਚਾਹੁੰਦਾ, ਫਿਰ ਤਾਂ ਮੈਂ ਤਰੁੱਠਿਆ ਹੋਇਆ। ਜਦੋਂ ਸਤਿਗੁਰੂ ਤਰੁੱਠਦਾ ਉਹ ਦਿੰਦਾ ਜੋ ਗੁਰੂ ਚਾਹੁੰਦਾ ਕਿ ਇਹ ਹੋਵੇ। ਸੋ ਉਹਨਾਂ ਨੇ ਮੈਨੂੰ PhD ਦਾ ਸਕਾਲਰਸ਼ਿਪ ਵੀ ਮਿਲ ਗਿਆ, ਜਿਵੇਂ ਨਾ ਦੱਸਿਆ। ਬੜਾ ਖੁਸ਼ ਹੋ ਗਿਆ ਮੈਂ, ਜਾਣ ਲੱਗਿਆ। ਤੇ ਪਤਾ ਨਹੀਂ ਕਿਉਂ ਕਿਵੇਂ ਉਹਨਾਂ ਨੇ ਇਹ ਮੱਤ ਨਾਲ ਦੇ ਦਿੱਤੀ। ਮੈਂ ਕਿਹਾ ਮੈਂ ਇਕੱਲੇ ਹੋਵਾਂਗਾ, ਗੁਰਦੁਆਰਾ ਉੱਥੇ ਹੋਣਾ ਨਹੀਂ। ਮੈਂ ਪਤਾ ਕਰ ਲਿਆ ਸੀ, ਪੜ੍ਹਾਈ ਉਰੋਂ ਪਰੋਂ ਪਤਾ ਕਰਕੇ ਗ੍ਰੀਕ ਐਮਬੈਸੀ ਤੋਂ। ਫਿਰ ਮੈਨੂੰ ਲੱਗਿਆ ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਲੈ, ਜਿਹੜੇ ਮੈਨੂੰ ਨਾਲ ਲੈ ਗਏ, ਮੈਂ ਬੇਵਕੂਫੀ ਕਰ ਗਿਆ ਨਾ ਕਿ ਬਈ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਗਿਆ। ਉਹ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਨਾਲ ਲੈ ਗਏ ਕਿ ਆ ਅਸੀਂ ਚੱਲਦੇ ਹਾਂ, ਰਲ ਕੇ ਚੱਲਦੇ ਹਾਂ, ਤੂੰ ਮੇਰੇ ਨਾਲ ਆ। ਤਾਂ ਮੈਂ ਜਦੋਂ ਉੱਥੇ ਬੈਠਿਆ, ਅਵੱਗਿਆ ਹੋਈ ਹੋਟਲ ਦੇ ਵਿੱਚ, ਮੈਨੂੰ ਸੋਝੀ ਹੋਈ ਜਾਂ ਅਵੱਗਿਆ ਹੋਈ ਮੈਨੂੰ ਨਹੀਂ ਜੇ ਪਤਾ। ਜਦੋਂ ਮੈਂ ਰੁਕਿਆ ਜਾ ਕੇ ਪਹਿਲੇ ਦਿਨ ਪਹਿਲੀ ਰਾਤ, ਤੇ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਕੋਲ, ਸਵੇਰੇ ਉੱਠਿਆ, ਆਦਤ ਪਈ ਸੀ ਗੁਰਦੁਆਰੇ ਪਾਠ ਕਰਨ ਦੀ ਤੇ ਬੈਠ ਕੇ ਵਾਕ ਲੈਣ ਦੀ। ਹੁਣ ਮੈਂ ਕਹਾਂ ਇੱਥੇ ਚੰਦੋਆ ਨਹੀਂ ਹੈ,
ਇੱਥੇ ਕੋਈ ਜਗ੍ਹਾ ਨਹੀਂ, ਪਵਿੱਤਰ ਨਹੀਂ, ਹੋਟਲ ਦਾ ਕਮਰਾ ਹੈ, ਕੌਣ ਰਿਹਾ ਕੌਣ। ਸੋਚ ਕੇ ਕੁਝ ਸਕਿੰਟਾਂ ਵਿੱਚ ਮੈਂ ਕਿਹਾ ਗੁਰੂ ਮੇਰੇ ਨਾਲ ਹੈ, ਮੈਂ ਵੀ ਨਾਲ ਹਾਂ। ਮੈਂ ਕੀ ਸੋਚਦਾ ਪਿਆ? ਸੋ ਚੁੱਪ ਕਰਕੇ ਮੈਂ ਆਪਣੇ ਹੀ ਮੰਜੇ ਤੇ ਤੁਹਾਨੂੰ ਦੱਸ ਰਿਹਾ, ਭਾਵੇਂ ਮੈਨੂੰ ਜੁੱਤੀਆਂ ਮਾਰੋ ਕਿ ਮੈਂ ਬੇਅਦਬੀ ਕੀਤੀ, ਮੈਂ ਆਪਣੇ ਹੀ ਮੰਜੇ ਤੇ ਬੈਠ ਕੇ ਸਿਰਹਾਣੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਖੋਲ ਕੇ ਤੇ ਦਰਸ਼ਨ ਕੀਤੇ, ਪਾਠ ਕਰ ਲਿਆ। ਉੱਤੇ ਕੋਈ ਚੰਦੋਆ ਨਹੀਂ ਸੀ, ਸਾਈਡ ਦੇ ਉੱਤੇ ਕੋਈ ਪਲਕਾਂ ਨਹੀਂ ਸਨ, ਉੱਤੇ ਰੁਮਾਲਾ ਨਹੀਂ ਸੀ, ਹੇਠਾਂ ਇੱਕ ਰੁਮਾਲ ਸਿਰਫ ਵਿਛਾ ਲਿਆ ਜਿਹੜਾ ਨਾਲ ਸੀ। ਤੇ ਮੈਨੂੰ ਇਉਂ ਲੱਗਿਆ ਕਿ ਮੈਨੂੰ ਜਹਾਨ ਮਿਲ ਗਿਆ, ਮੈਨੂੰ ਸਾਰਾ ਕੁਝ ਮਿਲ ਗਿਆ। ਗੁਰੂ ਚੰਦੋਆ ਨਹੀਂ ਹੈ, ਗੁਰੂ ਚੌਰ ਨਹੀਂ ਹੈ, ਗੁਰੂ ਰੁਮਾਲੇ ਨਹੀਂ ਹੈ, ਗੁਰੂ ਤੇ ਉਹ ਕਾਗਜ਼ ਵੀ ਨਹੀਂ ਹੈ ਜਿਸ ਉੱਤੇ ਅੱਖਰ ਲਿਖੇ ਨੇ, ਗੁਰੂ ਤੇ ਉਹ ਅੱਖਰ ਵੀ ਨਹੀਂ ਹੈ ਜਿਹੜੇ ਲਿਖੇ ਹੋਏ ਨੇ, ਉੱਤੇ ਸਿਆਹੀ ਹੈ, ਪ੍ਰਿੰਟ ਹੈ। ਇਹ ਅੱਖਰ ਖਿਰ ਜਾਏ, ਉਹ ਅੱਖਰ ਇਨमें ਨਾ ਹੈ। ਉਹ ਕੀ ਹੈ? ਗੁਰੂ ਸ਼ਬਦ ਹੈ, ਗੁਰੂ ਗਿਆਨ ਹੈ, ਗੁਰੂ ਪ੍ਰਕਾਸ਼ ਹੈ, ਗੁਰੂ ਨਿਰੰਕਾਰ ਹੈ। ਜੇ ਉਹ ਸਾਰਾ ਕੁਝ ਹੈ ਤੇ ਮੈਂ ਮਨ ਦੇ ਵਿੱਚ ਧਾਰ ਲਿਆ ਕਿ ਹੁਣ ਮੈਂ ਗੁਰੂ ਤੋਂ ਹੀ ਸਿੱਖਿਆ ਲੈਣੀ ਹੈ। ਮੈਂ ਰਹਿਣਾ ਸ਼ੁਰੂ ਕਰ ਦਿੱਤਾ। ਜਦੋਂ ਹੋਸਟਲ ਦੇ ਵਿੱਚ ਵੀ ਜਾ ਕੇ ਥੋੜਾ ਬਹੁਤ ਜ਼ਿਆਦਾ ਕਰਕੇ ਮੈਂ ਰੁਮਾਲਾ ਚੌਰ ਬਣਾ ਲਿਆ ਤੇ ਕਰ ਲਿਆ ਤੇ ਬੈਠ ਕੇ ਪਾਠ ਕਰਨਾ ਸ਼ੁਰੂ ਕਰ ਦਿੱਤਾ। ਹੁਣ ਲੱਖਾਂ ਔਕੜਾਂ ਸਨ। ਮੇਰੇ ਬੱਚਿਓ, ਮੈਂ ਤੁਹਾਨੂੰ ਦੱਸਾਂ, ਮੈਂ ਉਦੋਂ ਤੱਕ ਜਹਾਜ਼ ਨਹੀਂ ਸੀ ਦੇਖਿਆ ਹੋਇਆ। ਜਿਸ ਜਹਾਜ਼ ਤੇ ਬੈਠ ਕੇ ਆਇਆ ਸਾਂ, ਕਿੰਜ ਆਇਆ ਸਾਂ, ਕਿੱਥੇ, ਹਰ ਸਟੈਪ ਮੈਨੂੰ ਲੱਗਦੀ ਸੀ ਕੋਈ ਔਕੜ ਹੈ। ਤੇ ਹਰ ਸਟੈਪ ਤੇ ਬਾਅਦ ਵਿੱਚ ਪਤਾ ਚੱਲਿਆ ਕੋਈ ਗੈਬੀ ਹੱਥ ਹੈ ਜਿਹੜਾ ਮੈਨੂੰ ਫੜ ਕੇ ਨਾਲ ਲਈ ਜਾ ਰਿਹਾ ਹੈ, ਮੈਂ ਨਹੀਂ ਜਾ ਰਿਹਾ। ਸੋ ਮੈਂ ਉੱਥੇ ਪ੍ਰਕਾਸ਼ ਕਰ ਲਿਆ। ਹੁਣ PhD ਕਰਨ ਲਈ ਸਾਰੀਆਂ ਜਿਹੜੇ ਔਖ ਨੇ, ਪ੍ਰੋਫੈਸਰ ਨੂੰ ਮਿਲੋ, ਯੂਨੀਵਰਸਿਟੀ ਨੂੰ ਮਿਲੋ, ਉਹ ਸਨੌਪਸਿਸ ਦਿਓ, ਬਣਾਓ, 20,000 ਔਕੜਾਂ ਸਨ। ਤੇ ਮੈਂ ਰੋਕ ਕੇ ਕਿੱਥੇ ਦੱਸਾਂ? ਨਾ ਕੋਈ ਮੇਰਾ ਉੱਥੇ ਟੀਚਰ, ਨਾ ਕੋਈ ਮੇਰਾ ਦੋਸਤ, ਨਾ ਕੋਈ ਮਿੱਤਰ। ਮੈਨੂੰ ਤਾਂ ਕੋਈ ਪਗੜੀ ਵਾਲਾ ਸਾਰੇ ਸ਼ਹਿਰ ਵਿੱਚ 10 ਲੱਖ ਦੀ ਆਬਾਦੀ ਵਿੱਚ ਇੱਕ ਪਗੜੀ ਵਾਲਾ ਵੀ ਨਹੀਂ ਮਿਲਿਆ। ਕੋਈ ਨਹੀਂ। ਮੈਨੂੰ ਕੀ ਕਰਾਂ? ਮੈਂ ਆ ਕੇ ਫਿਰ ਗੁਰੂ ਅੱਗੇ ਮੱਥਾ ਟੇਕ ਦਿੰਦਾ ਸਾਂ, ਮਹਾਰਾਜ ਜੀ ਦੱਸੋ ਕੀ ਕਰਨਾ ਹੈ? ਉਹ ਪਤਾ ਨਹੀਂ ਕੀ ਕਰਨਾ ਹੈ, ਆਪੇ ਸਾਰੇ ਕਾਜ ਦੇ ਗਏ। ਪਰ ਕਾਰਜ ਤਾਂ ਹੁੰਦੇ ਗਏ। ਗੁਰੂ ਨਾਲ ਜਿਹੜੇ ਕੰਨ ਵਿੱਚ ਰੋਜ਼ ਫੂਕ ਮਾਰਨ, ਜਿਹੜਾ ਮੈਂ ਸ਼ਬਦ ਪੜਾਂ, ਜਿਹੜੀ ਮੈਂ ਤੁਕ ਲਵਾਂ, ਜਿਸ ਵੇਲੇ ਮੈਂ ਮੱਥਾ ਟੇਕਾਂ, ਗੁਰੂ ਕਹਿਣ ਕਿ ਪ੍ਰਾਨੀ ਤੂੰ ਆਇਓ ਲਾਹਾ ਲੈਣ, ਲਗਾ ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰਹਿ। ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੇ ਬਈ। ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਤੁਹਾਡੇ ਆਰਗੇਨਾਈਜ਼ ਕਰਨ ਵਾਲਿਆਂ ਦੇ ਜਾਂ ਤੁਹਾਡੇ ਮਾਤਾ ਪਿਤਾ ਦੇ ਹਿਸਾਬ ਨਾਲ ਠੀਕ ਦੱਸ ਰਿਹਾ ਕਿ ਨਹੀਂ, ਲੇਕਿਨ ਮੈਂ ਜੋ ਮੈਨੂੰ ਸੱਚ ਲੱਗਦਾ ਉਹੀ ਦੱਸਾਂਗਾ। ਤੇ ਮੈਨੂੰ ਸੱਚ ਉਹੀ ਲੱਗਿਆ ਜੋ ਮੇਰੇ ਗੁਰੂ ਨੇ ਦੱਸਿਆ। ਉਹ ਕਹਿੰਦੇ ਤੂੰ ਇੱਥੇ ਪੜ੍ਹਾਈ ਕਰਨ ਨਹੀਂ ਆਇਆ, ਇਸ ਦੁਨੀਆ ਦੇ ਵਿੱਚ ਤੂੰ ਕੁਝ ਲੈਣ ਨਹੀਂ ਆਇਆ, ਪ੍ਰਾਪਰਟੀ ਲੈਣ ਨਹੀਂ ਆਇਆ, ਨੌਕਰੀ ਲੈਣ ਨਹੀਂ ਆਇਆ, ਵਾਹ ਲੈਣ ਨਹੀਂ ਆਇਆ। ਤੂੰ ਮਨਮੋਹਨ ਸਿੰਘ ਦਾ ਸਟੂਡੈਂਟ ਹੈ ਜਾਂ ਮਨਮੋਹਨ ਸਿੰਘ ਤੇਰਾ ਸਟੂਡੈਂਟ ਹੈ ਜਾਂ ਕੀ ਹੈ, ਇਹਨਾਂ ਚੀਜ਼ਾਂ ਦੇ ਵਿੱਚ ਕੱਖ ਨਹੀਂ ਪਿਆ। ਇਹ ਸਭ ਮਿੱਟੀ ਤੇ ਸੁਆਹ ਨੇ। ਅਸਲ ਦੇ ਵਿੱਚ ਤੂੰ ਆਇਆ ਕੁਝ ਲਾਹਾ ਲੈਣ। ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਜਾ। ਇਹ ਹੈ ਅਸਲ। ਹੁਣ ਇਹ ਗੱਲ ਜਿਹੜੀ ਹੈ ਹੌਲੀ ਹੌਲੀ ਸਮਝ ਆਏ, ਹੌਲੀ ਹੌਲੀ ਅੰਦਰ ਪਏ, ਮੈਨੂੰ ਪੈ ਗਈ। ਫਿਰ ਮੈਂ ਰੋਵਾਂ ਤੇ ਮੈਂ ਉਹ ਗੁਰਮੁਖ ਪਿਆਰੇ ਸੰਤਾਂ ਨੂੰ ਯਾਦ ਕਰਾਂ ਜਿਹਨਾਂ ਮੈਨੂੰ ਮੋਢੇ ਤੇ ਹੱਥ ਮਾਰ ਕੇ ਕਿਹਾ ਸੀ ਜਾਂ ਨਾਮ ਚਿਤਾਵੇ। ਮੈਂ ਕਿਹਾ ਉਹ ਨਾਮ ਦਿੱਤੇ ਸਨ। ਮੈਂ ਕਿਹਾ ਮੈਂ ਨਾਮ ਨਹੀਂ ਚਾਹੀਦਾ, ਮੈਨੂੰ ਤੇ PhD ਚਾਹੀਦੀ ਹੈ, ਫਾਰਨ ਚਾਹੀਦੀ ਹੈ। ਗੁਰੂ ਜੀ ਕਿਹਾ ਕੋਈ ਗੱਲ ਨਹੀਂ ਬੱਚਿਆ, ਜੋ ਤੈਨੂੰ ਚਾਹੀਦਾ ਹੈ ਉਹ ਵੀ ਮਿਲ ਜਾਏਗਾ। ਪਹਿਲੇ ਨਾਮ ਲੈ ਤੇ ਸਹੀ, ਨਾਮ ਨਾਲ ਜੁੜ ਤਾਂ ਸਹੀ, ਨਾਮ ਨਾਲ ਪਿਆਰ ਤਾਂ ਕਰ, ਨਾਮ ਦੀ ਸ਼ਰਨ ਤਾਂ ਪੈ,
गुरु दा बनते सही। फिर मैनू पता चल गया, गुरु जी ने कहा कि ऐ ला PhD भी लै ते अपने मेरे चरणों नाल जुड़न दा मौका भी लै। This is how I started my life. Then I felt कि मैं हुण कल्ला नहीं हाँ, हर वेले हर थां गुरु मेरे नाल है। सो जो कुछ उथे होया, बहुत कुछ मैं वो किताब विच निकड़ी जी किताबड़ी कादी है, इते मैं एक छोटा जिहा आर्टिकल छान के लिखिया सी ते ये लंडन दे विच मैं छपण लई भेजिया। मैनूं पता ही नहीं जदों छप गया, जदों मैं वापस इंडिया आया ते पता चलिया कि होर जगह भी है। एक इनकम टैक्स कमिश्नर, बड़े गुरु प्यारे कोई होंदे ने गुरु प्यारे वड्डे कमिश्नर, वो मेरे घर आ गए सोटी जी घुमाते ते कहंदे मैं तुहानूं लभण आया ते मैं तुहाडे टैलीफोन तो उरों पता करके आया, तुसी ओ सिख इन ग्रीस हो। मैं कहा जी तुसी किवें की? कहंदे बस मैं तुहाडी ओ आर्टिकल ते ओ किताब पढ़ी, किताब कह लो हुण, ते मैं क्या उन्हां नूं मिल के आईए। मैं किहों जिहा मूर्ख हां, मैं पहले वो दसना चाहता। मैं पहले हुण तक दसिया ना अपनी मूर्खता कि मैनूं ये भी नहीं सी पता की मंगना है, ये भी नहीं सी पता किंज करना है, मैनूं ते ये भी नहीं सी पता प्रकाश की हुंदा है की नहीं हुंदा। वो मैनूं कहंदे कि एक बार कर्नाटक गवर्नमेंट दे गवर्नर दे सैकरेटरी मसूरी, उदों मैं नौकरी करदा सां, उत्थे आ गए ते आके मेरे घर दे बाहर खलो गए, दरवाजे दे अगे आके। पहले कोई गलबात नहीं, मैं जानदा नहीं, मैं दरवाजा खोलिया ते हाथ जोड़ के ते ऐन अखां तकदे किया, हाँ जी दसो जी कौन की? मैनूं मुस्कुरा के कहंदे ने ਉਹ ਕੋਈ ਗੁਰਸਿੱਖ ਤੁਹਾਡੇ ਦਰ ਦੇ ਉੱਤੇ ਆਇਆ ਖੜਾ ਹੈ, ਉਹਨੂੰ ਅੰਦਰ ਆਉਣ ਲਈ ਤਾਂ ਕਹਿ ਦਿਓ। ਫਿਰ ਮੈਨੂੰ ਸਮਝ ਆਈ ਮੈਂ ਕਿੰਨਾ ਮੂਰਖ ਹਾਂ। ਜਦ ਤੱਕ ਮੈਂ ਆਪਣੀ ਮੂਰਖਤਾ ਗਿਣਦਾ ਰਵਾਂਗਾ ਉਦੋਂ ਤੱਕ ਮੇਰੀ ਸਿਆਣਪ ਬਣਦੀ ਰਹੇਗੀ। ਤਾਂ ਮੈਂ ਸਿੱਖਿਆ ਨਾ, ਉਹਨਾਂ ਤੋਂ ਸਿੱਖਿਆ, ਗੁਰੂ ਤੋਂ ਸਿੱਖਿਆ। ਅਸੀਂ ਜਿਹੜੇ ਕਹਿੰਦੇ ਆ ਮੈਂ ਬੜਾ ਸਿਆਣਾ, ਮੈਂ ਬਹੁਤ ਹਾਂ, ਉਹ ਨਿਰਾ ਮੂਰਖ ਹੈ। गुरु जी ते कहते आपस को जो जाने नीचा सो गरिए सब ते ऊंचा ते वो है। सो मैं उन्हां तो माफी मंगी, मेरे बड़े प्यारे मित्र हो गए, हुण भी हैं, बहुत वड्डे IAS अफसर रिटायर होए हुए ने। मैं कईयां नूं दसना कि गुरसिखां दे दर्शन करने होण ते ਉਹ जिवें ਅਸੀਂ जाणदे आ ना कि गुरबाणी दे दर्शन करने होण ਤੇ ਜੁੱਤੀਆਂ ਗੰਢ ਦਾ ਚਮਾਰ ਵੀ ਵਿੱਚ ਬੈਠਾ ਜੇ। ਭਗਤ ਰਵਿਦਾਸ ਉਹ ਠੱਪੇ ਲਾਉਂਦਾ ਕੱਪੜਿਆਂ ਦੇ ਉੱਤੇ ਨਾਮਦੇਵ ਜੀ ਦੇ ਜੁਲਾਇਆ ਵੀ ਬੈਠਾ ਜੇ, ਤੇ ਉਹਦੇ ਵਿੱਚ ਤਖਤਾਂ ਦੇ ਉੱਤੇ ਨਿਸ਼ਾਨ ਦੇ ਮੇਰੇ ਸੋਹਣੇ ਗੁਰੂ ਅਰਜਨ ਦੇਵ ਜੀ ਬੈਠੇ ਨੇ। ਉਹ ਕਦੀ ਗੁਰੂ ਅਰਜਨ ਤਖਤ ਤੇ ਬੈਠੇ, ਕਦੀ ਤੱਤੀ ਤਵੀ ਤੇ ਵੀ ਬੈਠੇ ਹੁੰਦੇ। ਸੋ ਇਟ ਇਜ਼ ਇਮੈਟੀਰੀਅਲ what you are, where you are, how you are। मटीरियल ये है कि तू अंदर की है। तू कि अपने आप ਨੂੰ कभी ਪੁੱਛਿਆ कि मैं कौन हाँ, किथे आया, क्यों आया? ये सारे प्रश्न गुरु ग्रंथ साहब दे कोल गुरबाणी विच हैं। ਜਦੋਂ मूल मंत्र मैं कहा सी कि भाई सवेरे उठ के पढ़ो, तो ਉਹਦੀ ਜਿਹੜੀ आखिरी अखर है गुर प्रसाद, ਉਹ ਮੈਨੂੰ ਛੋ ਜਾਂਦਾ ਜਦੋਂ मैं पढ़दा वां, हिल जाता मेरा मन कि ਉਹ ਨਿਰੰਕਾਰ ਗੁਰੂ ਬਣ ਕੇ, ਕਿਰਪਾ ਬਣ ਕੇ, ਕਿਰਪਾ ਦੇਣ ਲਈ ਜਿਸਮ ਦੇ ਵਿੱਚ ਗੁਰੂ ਬਣ ਕੇ ਆਇਆ। ਤੇ ਗੁਰੂ ਹੀ ਜਿਸਮ ਨਹੀਂ ਹੈ। ਮੈਂ ਕਿਹਾ ਸੀ ਨਾ ਹੁਣੇ ਗੁਰੂ ਗ੍ਰੰਥ ਸਾਹਿਬ ਕੀ ਹੈ, तो गुरु तो ज्ञान है, गुरु ज्योत है, गुरु प्रकाश है, गुरु शब्द है, गुरु उपदेश है, गुरु जीवन है, गुरु सुगंधी है। मैनू किसी ने एक था कहा जी मैं सुनिया जी वाहिगुरु जिहड़ा है वो नाद है। मैं आख्या जी क्यों नाद है? उसदा अनाद भी है, उते फुल भी है, उसदे खुशबू भी है, ते जोत भी है। वो सब कुछ है जो तुसी सोच सकते हो, ते वो कुछ भी है जो तुहाडी सोच विच आ भी नहीं सकता। ये सारा कुछ कित्थों पता चलिया? गुरु ग्रंथ साहब जी। मैनू किवें पता चलिया? गुरु ग्रंथ साहब कौन ने? निरंकार आप है। निरंकार आप ये दसन बनन लई
कि मैं की हाँ, उन्हें गुरु ग्रंथ साहब का रूप लिया। सो मेरे बच्चों, मैं ये जो लफज लिख दिते, जी आर्टिकल बन गया, किताब बन गया, मैं ना लिखे ने, ना मैनू पता नहीं कदों किस वेले उन्हें मेरे हाथ में कलम दे दी, वो लिखी गया, मैं उत्ते वेखी गया, पढ़ गया, भेज दिता, छप गए, तुहानू चंगे लगे, तुसीं उन्होंने अपना लिया, मैनू अपना लिया। ये सारा कुछ केवल ते केवल प्रसाद है, गुरु का प्रसाद है। गुरु आप ही प्रसाद है, निरंकार का रूप बन के गुरु वंडदा भी प्रसाद है। सिर्फ कड़ा प्रसाद या फुलियां का प्रसाद, छोलियां का प्रसाद नहीं, गुरु जिहड़ा है वो नाम का प्रसाद है, भगती का प्रसाद है। वो सानू चानना दिंदा है मन उत्ते हेठा। सो मैनू तो जदों भी कदी उत्थे जाके मैं सिक्ख्या, जदों मैनू PhD का मेरे प्रोफैसर नू मिलिया ना, तो उन्हें मैनू कहा जी हाँ जी तू बना के लिख के लिया सिनॉप्सिस। मैनू सवाह पता भी सिनॉप्सिस की होंदा है। मैं तो मूर्ख सी, लेकिन हम मूर्ख कारे लाया। मैं आके रो पैंदा सा कि गुरु जी मैनू दसो ये सिनॉप्सिस की होंदा है, मैनू दसो। हुण गुरु जी किंज दसन, मैं ये नहीं वेखदा कि इस शब्द दे विचों की। दूजे दिन तीजे दिन आपे ही मैनू मतलब कि ए लै जा। मैं एक बार लै गया सारा, एक प्रोफैसर सन लंडन स्कूल ऑफ इकनॉमिक्स तो आए हुए सन, उत्थे पढ़ाते सन, मेरे को गाइड सन, तो उन्होंने कहा, मैं क्या जी ए मैं PhD सोची है, ए मैं सोचिया, ए मेरे प्रश्न ने, ए मेरे उत्तर ने, ए 4 ने, मैनू दसो। मैनू कहंदे देख, अजीब जी गल है, कहंदे मैं इस वेले पीती हुई है ते मेरे सिर ते चढ़ी हुई है, मैनू नहीं पता। वैसे भी मैं तैनू पीती हुई दे विच सच दस देना, तू मेरे तो ज्यादा सियाणा है, तू मेरे तो ज्यादा चंगा है, तू मेरे तो प्यारा है। इन्हां चारां चों जिहड़ा तैनू एक ठीक लगदा है वो लै ले, बस तू लिखना शुरू कर दे, काम शुरू कर। दिस इज हाउ गॉड गिव मी दी आंसर्स कि मैं तेरे नाल हाँ, तेरे अंदर हाँ, तेरे कलम दे विचों निकलना है, तेरे बुद्धि विच हाँ, मैं तेरी रचना विच हाँ, मैं तेरे कन्नां विच हाँ। इस शरीरा मेरिया तू सुनता से वेखता से। फिर मैं ते हुण भी उदों भी ये गल कर रहा 1977 दी, when I felt bamboozled, bewildered, बिल्कुल चकित, हुण मैं की करा, मैनू कख नहीं पता, बस ते चढ़न जोगे पैसे नहीं से होंदे, कदी पैदल चलदा सा, कदी धक्के खांदा सा, सारा कुछ करदे करदे जदों औख हुंदा सी, मैं गुरु अगे आके मत्था टेक दिता सी। मेरे प्यारिओ, मैनू नहीं पता तुसी की बनना है, मैनू ये नहीं पता तुसी की बनना चाहते हो, पर मैं तुहानू ये दस सकदा कि जे तुसी कुछ लैना है तो सतगुरु नानक गुरु ग्रंथ साहिब गुरबाणी तो ही मिलना है। मत्था टेकी जाओ, अरदास करी जाओ, ते अपने आप दी तकब्बर, अपने हंकार, मैं तो 12वीं दे विच 85% नंबर ले जी, मैं तो 95 ले, मैं 98 ले, वो भाईओ मैं तो 50% ते भी चल। गुरु नू जदों भा जाए ना, वो नहीं देखता की है, वो इट्टां कच्चियां ने, विक गईयां पक्के पा, मैं ते कच्चा मूर्ख विक गया ते पक्के पा विक गया। तुसी मैनू अपना लिया, तुसी मैनू ठीक समझ लिया, हाँ ही कहा भी आओ जी साडे नाल गल करो, नहीं ते मैं ते लभदा रहिंदा वां कि मैं किस नाल की गल करा। सो मेरे सच्चे पातशाह दे प्यारे बच्चों, मैं आप जी नू ये दस रहा कि तुसी खुल के पुछो, हुण तुहाडा टाइम है, तुसी पुछना है, ते ना सोचना किताब विचों पुछना है, बाहरों पुछना है, कित्थों पुछना है, जो भी तुहानू लगदा है पुछना है पुछो। मैं झोली अड़ के तुहाडे अगे तुहाडे प्रश्न लैण लई हाज़र हाँ, ते मैं जवाब कोई नहीं जे देना, मैं ते गुरु जी नू ही पुछांगा ना, ते गुरु जी मेरे कान विच कहणगे बोल ब्रिजपालिया, ए बोल दे, मैं वो बोल देंगा। सो वाहिगुरु जी का खालसा ते वाहिगुरु जी की फतेह।
ਵਾਹਿਗੁਰੂ ਜੀ ਕੀ ਫਤਿਹ। ਅਸੀਂ ਹਰ ਵਾਰੀ ਸਪੀਚਲੈਸ ਹੋ ਜਾਂਦੇ ਹਾਂ, ਹਰ ਵਾਰੀ ਕਹਿਣ ਨੂੰ ਕੁਝ ਸ਼ਬਦ ਨਹੀਂ ਲੱਭਦੇ ਵੀ ਕੀ ਕਹੀਏ। ਜਦੋਂ ਅਸੀਂ ਇਹ ਰਜਿਸਟ੍ਰੇਸ਼ਨ ਦਾ ਫਾਰਮ ਭੇਜਿਆ ਸੀਗਾ, ਉਹਦੇ ਵਿੱਚ ਅਸੀਂ ਇੱਕ ਕੋਲਮ ਪਾਇਆ ਸੀ ਕਿ ਜੇ ਤੁਸੀਂ ਡਾਕਟਰ ਬ੍ਰਿਜਪਾਲ ਸਿੰਘ ਜੀ ਨੂੰ ਕੋਈ ਕੁਐਸਚਨਸ ਪੁੱਛਣਾ ਚਾਹੁੰਦੇ ਹੋ ਤੇ ਉਹ ਲਿਖ ਦਿਓ। ਉਹਦੇ ਵਿੱਚੋਂ ਕੁਝ ਕੁਐਸਚਨਸ ਆਏ ਸਨ ਤੇ ਉਹਨਾਂ ਵਿੱਚੋਂ ਵੀ ਅਸੀਂ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਤੇ ਭੈਣ ਜੀ ਸੰਦੀਪ ਕੌਰ ਜੀ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਕੁਐਸਚਨਸ ਤਿਆਰ ਰੱਖਣ। ਨਹੀਂ ਤਾਂ ਇੱਥੇ ਵੀ ਹੈਂਡ ਰੇਜ਼ ਆਪ ਜੀ ਕਰੋ ਤੇ ਉਹ ਜ਼ਿਆਦਾ ਵਧੀਆ ਹੈ। ਇੱਥੇ ਲਾਈਵ ਅਸੀਂ ਪੁੱਛ ਲਈਏ ਕਿ ਰੂਬਰੂ ਹੈਗਾ ਹੈ ਨਾ, ਸਾਡੀ ਰੂਹ, ਡਾਕਟਰ ਬ੍ਰਿਜਪਾਲ ਸਿੰਘ ਜੀ ਦੀ ਰੂਹ ਦੇ ਸਾਹਮਣੇ ਰੂਹ। ਹਾਂਜੀ, 3 ਹੈਂਡ ਰੇਜ਼ ਹੋਏ ਨੇ, ਆਪਾਂ ਇੱਕ ਇੱਕ ਕਰਕੇ ਲੈਂਦੇ ਆ। ਮਨਸਿਮਰ ਸਿੰਘ ਜੀ। वाहिगुरु जी का खालसा, वाहिगुरु जी की फतेह। ਜੀਓ मैं डॉक्टर ਬ੍ਰਿਜਪਾਲ ਸਿੰਘ ਜੀ ਤੋਂ ਇਹ ਪੁੱਛਣਾ ਚਾਹਨਾ ਕਿ ਜਦੋਂ ਤੁਸੀਂ ਲਿਖਿਆ ਸੀਗਾ ਕਿ ਤੁਹਾਨੂੰ ਸਮਝ ਨਹੀਂ ਆਉਂਦਾ ਸੀਗਾ ਕਿ ਸਾਰੇ ਲੋਕ ਤੁਹਾਨੂੰ ਐਜ਼ ਐਨ ਐਕਸੈਪਸ਼ਨ ਕਿਉਂ ਲੈਂਦੇ ਸੀਗੇ ਹਰ ਜਗ੍ਹਾ, ਤੁਹਾਨੂੰ ਕਿਵੇਂ ਜਿਹਾ ਲੱਗਦਾ ਸੀਗਾ ਜਦੋਂ ਤੁਹਾਨੂੰ ਐਜ਼ ਐਨ ਐਕਸੈਪਸ਼ਨ ਲੈਂਦੇ ਸੀਗੇ? ਬੱਚੇ, ਮੈਨੂੰ ਹਾਲੇ ਵੀ ਕੁਝ ਨਹੀਂ ਸਮਝ ਆਉਂਦਾ। ਮੈਂ ਜਿਹੋ ਜਿਹਾ ਮੂਰਖ ਸਾਂ ਉਹ ਜਿਹਾ ਹੀ ਹਾਂ, ਲੇਕਿਨ ਮੇਰਾ ਸਤਿਗੁਰੂ ਗਿਆਨ ਦਾ ਚਾਨਣ ਹੈ, ਗਿਆਨ ਦਾ ਸੋਮਾ ਹੈ। ਮੈਂ ਤੇ ਉੱਥੋਂ ਜਾ ਕੇ ਪਤਾ ਕਰਦਾ, ਮੈਨੂੰ ਕੱਖ ਨਹੀਂ ਜੇ ਪਤਾ। ਮੈਂ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਮੈਂ ਨਾਂ ਦੀ ਜਦੋਂ ਪਤਾ ਚੱਲ ਜਾਏ ਕਿ ਕੋਈ ਚੀਜ਼ ਨਹੀਂ, ਉਦੋਂ ਹੀ ਪਤਾ ਚੱਲਦਾ ਕਿ ਮੈਂ ਕੀ ਹਾਂ, ਕਿਉਂਕਿ ਮੈਂ ਹਾਂ ਹੀ ਨਹੀਂ। ਗੁਰੂ ਜੀ ਤਾਂ ਸਟਾਰਟ ਕਰਦੇ ਨੇ ਇੱਕ ਓੰਕਾਰ, ਜਿਹਦਾ ਮਤਲਬ ਹੈ ਤੂੰ, ਇੱਕ ਤੂੰ, ਹੋਰ ਕੁਝ ਵੀ ਨਹੀਂ। ਜਲਸ ਤੋਂ ਹੀ, ਥਲਸ ਤੋਂ ਹੀ, ਨਾਦਿਸ ਤੋਂ ਹੀ, ਨਾਦਸ ਤੋਂ ਹੀ, ਬ੍ਰਿਛਸ ਤੋਂ ਹੀ, ਪਤਸ ਤੋਂ, ਤੂੰ ਹੀ ਤੂੰ ਹੀ ਤੂੰ ਹੀ ਤੂੰ। ਸੋ ਮੇਰੇ ਬੱਚਿਓ, ਤੁਸੀਂ ਮੈਨੂੰ ਨਾ ਪੁੱਛੋ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛਣ ਦਾ ਹਿਆ ਕਰੋ, ਯਤਨ ਕਰੋ, ਉਹਨਾਂ ਅੱਗੇ ਅਰਦਾਸ ਕਰੋ, ਜੁੜ ਜਾਓ, ਮੰਗੋ ਕਿ ਗੁਰੂ ਜੀ ਮੈਨੂੰ ਇਹ ਦੱਸੋ। ਤੇ ਮੈਂ ਕੌਣ ਹੁੰਦਾ? ਗੁਰੂ ਜੀ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਨੇ, ਤੁਹਾਡੇ ਸਾਰੇ ਜੀਵਨ ਦਾ ਸਵਾਬ ਨੇ, ਉਹ ਤੁਹਾਨੂੰ ਸਭ ਕੁਝ ਦੇਣ ਵਾਲੇ। ਹਾਂਜੀ ਹਾਂਜੀ, ਧੰਨਵਾਦ ਜੀ। ਨੈਕਸਟ ਕੁਐਸਚਨ। ਜਰਾ ਉੱਚੀ ਬੋਲਣਾ, ਮੈਨੂੰ ਆਵਾਜ਼ ਦੀ ਕੁਝ ਕਠਿਨਾਈ ਆ ਰਹੀ ਹੈ ਜੀ। ਪਾਰਟਿਸਪੈਂਟਸ ਨੂੰ ਵੀ ਬੇਨਤੀ ਕਰਾਂਗਾ ਉਹ ਕਲੀਅਰਲੀ ਬੜੇ ਆਪਣਾ ਕੁਐਸਚਨਸ ਪੁੱਛਣ। ਨੈਕਸਟ ਕੁਐਸਚਨ ਪੁੱਛਣਗੇ ਸੰਵੀਰ ਸਿੰਘ ਜੀ ਅੰਮ੍ਰਿਤਸਰ ਤੋਂ। ਹਾਂਜੀ, ਹਾਜ਼ਰ ਜੀਓ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ 10 ਦਾ ਸਵਾਲ ਸੀ ਜੀ। ਜੀ ਅੱਜ ਕੱਲ ਅਸੀਂ ਜਿਵੇਂ ਕਰੀਅਰ ਦੇ ਵਿੱਚ ਅੱਗੇ ਜਾਣਾ ਹੁੰਦਾ, ਹਰ ਇੱਕ ਕਿਸੇ ਵੀ ਲਾਈਨ ਦੇ ਵਿੱਚ ਅੱਗੇ ਵਧਣਾ ਹੈ, ਤੇ ਉਹਦੇ ਵਿੱਚ ਸਾਰਿਆਂ ਨੂੰ ਸਾਨੂੰ ਕਿਹਾ ਜਾਂਦਾ ਕਿ ਆਪਣਾ ਰਿਜ਼ਿਊਮੇ ਬਣਾਓ, ਆਪਣੀ ਵੈਲਿਊ ਬਿਲਡ ਕਰੋ। ਜਦੋਂ ਵੀ ਅਸੀਂ ਕਿਤੇ ਇੰਟਰਵਿਊ ਤੇ ਜਾਂਦੇ ਹਾਂ, ਉੱਥੇ ਵੀ ਉਹ ਸਾਡੇ ਕੋਲ ਪੁੱਛਦੇ ਆ ਕਿ ਤੁਸੀਂ ਆਪਣੇ ਵੱਲੋਂ ਦੱਸੋ, ਤੇ ਸਾਨੂੰ ਆਪਣੀਆਂ ਵਡਿਆਈਆਂ ਬਾਰੇ ਦੱਸਣਾ ਪੈਂਦਾ ਹੈ। ਇਹ ਚੀਜ਼ਾਂ ਕਿਸ ਤਰ੍ਹਾਂ ਇੰਪਲੀਮੈਂਟ ਕਰ ਸਕਦੇ ਹਾਂ ਆਪਣੀਆਂ ਬਾਣੀ ਦੀਆਂ, ਕਿ ਤੁਸੀਂ ਜਿਸ ਤਰ੍ਹਾਂ ਹੁਣੇ ਦੱਸਿਆ ਕਿ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਅਸੀਂ ਆਪਣੇ ਨੂੰ ਸਭ ਤੋਂ ਨੀਚਾ ਰੱਖਣਾ, ਫੇਰ ਹੀ ਅਸੀਂ ਸਭ ਤੋਂ ਉੱਚੇ ਬਣ ਸਕਾਂਗੇ। ਸ਼ਾਬਾਸ਼ ਮੇਰੇ ਬੱਚੇ। ਉਹਨਾਂ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਬਾਣੀ ਨੂੰ ਇੰਪਲੀਮੈਂਟ ਕਰ ਸਕਦੇ? ਬਹੁਤ ਸੋਹਣਾ ਪ੍ਰਸ਼ਨ ਬੱਚੇ। ਇੱਕ ਹੁੰਦੇ ਨੇ ਫੈਕਟਸ, ਇੱਕ ਹੁੰਦੇ ਨੇ ਓਪੀਨੀਅਨ, ਇੱਕ ਹੁੰਦਾ ਐਨਾਲਿਸਿਸ, ਇੱਕ ਹੁੰਦੇ ਨੇ ਜਸਟ ਤੁਸੀਂ ਬੇਅਰ ਫੈਕਟਸ ਪਹਿਲੇ ਦੱਸੋ ਕਿ ਇਹ ਮੇਰਾ ਨਾਂ ਬ੍ਰਿਜਪਾਲ ਸਿੰਘ, ਉਮਰ ਇੰਨੀ, ਇਹ ਪੜ੍ਹਿਆ, ਇਸ ਕਲਾਸ ਵਿੱਚ ਇਹ ਨੰਬਰ ਆਏ, ਇਹਦੇ ਵਿੱਚੋਂ ਆਇਆ, ਇਹਦੇ ਵਿੱਚੋਂ ਇਹ ਆਏ। ਪਹਿਲੇ ਤਾਂ ਫੈਕਟਸ ਦੱਸੋ। ਉਹਨਾਂ ਫੈਕਟਸ ਦੇ ਉੱਤੇ ਕਮੈਂਟਸ ਦੇਣ ਦੀ ਲੋੜ ਨਹੀਂ। ਉਹਦੇ ਬਾਅਦ ਤੁਸੀਂ ਕੀ ਕੁਝ ਕੀਤਾ ਜਾਂ ਉਹਦੇ ਨਾਲ ਕੀ ਕੀਤਾ, ਪੜ੍ਹਾਈ ਕੀਤੀ ਸੀ, ਜਦੋਂ 10ਵੀਂ ਦੇ ਵਿੱਚ ਕੁਝ ਹੋਰ ਕੰਮ ਵੀ ਕੀਤਾ ਸੀ, ਨਾਲ ਲਿਖੋ। ਜੇ ਤੁਸੀਂ ਘਰ ਦੇ ਵਿੱਚ ਫਰਜ਼ ਕਰੋ ਹੈਲਪ ਕਰਦੇ ਰਹੇ ਹੋ, ਭਾਂਡੇ ਮਾਂਜਣ ਵਿੱਚ ਮਾਂ ਦੀ ਮਦਦ ਕੀਤੀ ਹੈ, ਉਹ ਵੀ ਲਿਖੋ। ਜੇ ਤੁਸੀਂ ਸਵੇਰੇ ਉੱਠ ਕੇ ਪਾਠ ਕਰਦੇ ਸੀ, ਲਿਖੋ ਕਿ ਮੈਂ ਸਵੇਰੇ ਉੱਠ ਕੇ ਗੁਰੂ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਸਾਂ। ਤੁਸੀਂ ਕੁਝ
ਇਹਦੇ ਵਿੱਚ ਕੋਈ ਲਿਆਕਤ ਨਹੀਂ ਚਾਹੀਦੀ, ਕੋਈ ਤਾਕਤ ਨਹੀਂ ਚਾਹੀਦੀ। ਸੱਚ ਨੂੰ ਸੱਚ ਕਰਕੇ ਦੱਸ ਦਿਓ, ਸੱਚ ਨੂੰ ਸੱਚ ਕਰਕੇ ਰੱਖ ਦਿਓ। ਸੱਚ ਨੂੰ ਸੱਚ ਕਰਕੇ ਜਦੋਂ ਦਿਓਗੇ ਉਹ ਸੱਚ ਆਪੇ ਚਮਕੇਗਾ, ਸੱਚ ਦੀ ਵੈਲਿਊ ਆਪੇ ਸੋਨਾ ਬਣੇਗੀ, ਆਪੇ ਸਭ ਕੁਝ ਠੀਕ ਹੋ ਜਾਏਗਾ। ਸੋ ਔਖ ਨਹੀਂ ਹੈ। ਬਾਕੀ ਟ੍ਰੇਨਿੰਗ ਲੈਣ ਲਈ ਆਪਣੇ ਟੀਚਰ ਦੇ ਕਿਸੇ ਨੂੰ ਵੀ ਪੁੱਛ ਲਓ, ਉਹ ਤੁਹਾਨੂੰ ਸਮਝਾ ਦੇਣਗੇ। ਕੋਈ ਇਹ ਨਹੀਂ ਹੈ ਕਿ ਇਹ ਰਿਜ਼ਿਊਮੇ ਬੜਾ ਬਹੁਤ ਵਧੀਆ ਹੈ ਤੇ ਇਹ ਰਿਜ਼ਿਊਮੇ ਘੱਟ ਹੈ, ਇਹ ਜੋ ਹੈ ਠੀਕ ਹੈ ਨਹੀਂ ਹੈ। ਜੋ ਤੁਸੀਂ ਉਹ ਦੱਸ ਦਿਓ ਵੀ ਮੈਂ ਤੇ ਹੈ ਜੇ। ਦੇਖੋ ਅਸੀਂ ਸਾਰੇ ਮੇਰਾ ਜਦੋਂ ਵਿਆਹ ਹੋਣਾ ਸੀ ਨਾ, ਮੈਂ ਦੱਸਣਾ ਉੱਥੇ ਉਹਨਾਂ ਦੱਸਣਾ ਹੁੰਦਾ ਵੀ ਮੈਂ ਕਿੰਨਾ ਪੜ੍ਹਿਆ ਤੇ ਕੀ ਹੋਇਆ। ਮੈਨੂੰ ਜਿਹੜੇ ਵੇਖਣ ਆਏ ਸੀ ਇੱਕ ਵਾਰੀ, ਤੇ ਮੈਂ ਚਾਹੁੰਦਾ ਨਹੀਂ ਸਾਂ, ਤੇ ਮੈਂ ਲੱਤਾਂ ਉੱਤੇ ਕਰਕੇ ਟੇਬਲ ਦੇ ਉੱਤੇ ਉਹਨਾਂ ਦੇ ਅੱਗੇ ਇੱਕ ਬਹਿ ਗਿਆ। ਉਹਨਾਂ ਕਿਹਾ ਨਾਂ ਕੀ ਹੈ? ਮੈਂ ਕਿਹਾ ਜੀ ਨਾਂ ਵੀ ਨਹੀਂ ਤੁਹਾਨੂੰ ਪਤਾ। ਤੇ ਮੈਂ ਚਾਹੁੰਦਾ ਸਾਂ ਵੀ ਇਹ ਜਾਣ ਇੱਥੋਂ, ਤੁਹਾਨੂੰ ਹਾਲੇ ਨਾਂ ਹੀ ਨਹੀਂ ਮੇਰਾ ਪਤਾ ਆਏ ਉੱਥੇ। ਇਸ ਤਰ੍ਹਾਂ ਮੈਂ 4 5 10 ਪੁੱਠੀਆਂ ਸਿੱਧੀਆਂ ਗੱਲਾਂ ਕਰ ਦਿੱਤੀਆਂ। ਪਤਾ ਜੇ ਕੀ ਹੋਇਆ? ਉਹਨਾਂ ਮੈਨੂੰ ਸਿਲੈਕਟ ਕਰ ਲਿਆ। ਹੁਣ ਮੈਂ ਤੇ ਸੋਚਿਆ ਮੈਂ ਵਿਆਹ ਕਰਾਉਣਾ ਨਹੀਂ ਸੀ ਚਾਹੁੰਦਾ। ਉਹਨਾਂ ਕਿਹਾ ਜੀ ਮੁੰਡਾ ਠੀਕ ਹੈ। ਉਹਨਾਂ ਠੀਕ ਨਹੀਂ ਕਿਹਾ, ਹੋਇਆ ਇੰਜ ਉਹਨਾਂ ਜਾ ਕੇ ਤੇ ਆਪਣੀ ਪਤਨੀ ਨੂੰ ਕਿਹਾ ਕਿ ਬਈ ਇਹ ਆਪੇ ਵੇਖ ਲਓ। ਬਹੁਤ ਸ਼ਰੀਫ ਸਾਨੂੰ ਵਿਅਕਤੀ ਮੇਰੇ ਫਾਦਰ ਇਨ ਲਾ ਬਣ ਗਏ, ਮੇਰੇ ਪਾਪਾ ਜੀ ਨੇ ਹੁਣ ਤੇ ਗੁਜ਼ਰ ਗਏ ਨੇ। ਉਹਨਾਂ ਕਿਹਾ ਜੀ ਮੈਨੂੰ ਸਮਝ ਨਹੀਂ ਆਉਂਦੀ, ਆਪੇ ਕਰ ਲਓ। ਮੈਨੂੰ ਉਹਨਾਂ ਕਿਹਾ ਜੀ ਅਸੀਂ ਮਿਲਣਾ। ਮੈਂ ਗੁਰਦੁਆਰੇ ਜਾ ਕੇ ਮੈਂ ਕਿਹਾ ਜੀ ਮੈਂ ਗੁਰਦੁਆਰੇ ਮੱਥਾ ਟੇਕਣ ਜਾਣਾ, ਉੱਥੇ ਮਿਲ ਲੈਣਾ। ਉੱਥੇ ਲੰਘਦੇ ਕਰਦੇ ਮੈਂ ਕਿਹਾ ਮੈਂ ਤਾਂ ਵੇਖਣਾ ਨਹੀਂ ਕੁੜੀ ਨੂੰ, ਤੇ ਤੁਸੀਂ ਕਰ ਲਓ ਜੋ ਵੇਖਣਾ ਤੁਸੀਂ, ਮੈਨੂੰ ਵੇਖ ਸਮਝੇ ਰਹੋ। ਸਾਹਮਣੇ ਆ ਕੇ ਟੱਕਰ ਹੋ ਗਈ, ਉਹ ਸਾਹਮਣੇ ਹੀ ਆ ਗਏ ਮੇਰੀ ਜਿਹੜੀ ਹੋਣ ਵਾਲੀ ਸੱਸ ਸੀ, ਮੇਰੇ ਵੀਰ ਜੀ, ਤੇ ਮੇਰਾ ਹਾਸਾ ਹੀ ਨਿਕਲ ਗਿਆ। ਮੈਂ ਕਿਹਾ ਇਹ ਤਾਂ ਖੜਾ ਹੀ ਨਹੀਂ ਛੱਡਦੇ, ਸਾਹਮਣੇ ਹੀ ਆ। ਉਹ ਮੇਰੇ ਹਾਸੇ ਤੇ ਹੀ ਪ੍ਰਸੰਨ ਹੋ ਗਏ, ਕਹਿੰਦੇ ਮੁੰਡਾ ਹੱਸਦਾ ਬੜਾ ਸੋਹਣਾ। ਉਹ ਭਾਈ ਤੁਸੀਂ ਸਿਰਫ ਗੁਰੂ ਦੇ ਬਣ ਜਾਓ, ਉਹ ਆਪੇ ਰਾਹ ਲੱਭਦਾ ਜਾਏਗਾ, ਉਹ ਆਪੇ ਜੀਵਨ ਦਿੰਦਾ ਜਾਏਗਾ। ਉਸ ਬੀਬੀ ਨੂੰ ਜਿਹਨੂੰ ਮੈਂ ਬੀਜੀ ਹੁਣ ਕਹਿਣਾ, ਤੇ ਉਹਦੀ ਧੀ ਨੂੰ ਜਿਹੜੀ ਮੇਰੀ ਵਹੁਟੀ ਹੈ, 55 ਸਾਲ ਹੋ ਗਏ ਨੇ ਸਾਨੂੰ ਇਕੱਠਿਆਂ ਰਹਿੰਦੇ, ਲੜਦੇ ਵੀ ਆ, ਘੁੰਮਦੇ ਵੀ ਆ, ਰੋਂਦੇ ਵੀ ਆ, ਧੋਂਦੇ ਵੀ ਆ, ਲੇਕਿਨ ਜਿਉਂਦੇ ਆ ਖੁਸ਼ੀ ਨਾਲ ਜਿਉਂਦੇ। ਸੋ ਬੱਚਿਓ, ਦੁਨੀਆ ਵਿੱਚ ਔਖ ਨਾਂ ਦੀ ਕੋਈ ਚੀਜ਼ ਨਹੀਂ, ਇੱਕੋ ਔਖ ਹੈ, ਆਖਣ ਔਖਾ ਸਾਚਾ ਨਾ, ਬਾਕੀ ਸਾਰਾ ਕੁਝ ਸੁੱਖ। ਗੁਰੂ ਅੱਗੇ ਮੱਥਾ ਟੇਕਣਾ ਔਖਾ ਹੈ, ਗੁਰੂ ਅੱਗੇ ਜਾ ਕੇ ਨਿਵਣਾ ਕਿ ਮੇਰੇ ਅੰਦਰ ਕੁਝ ਨਹੀਂ, ਤੂੰ ਹੀ ਤੂੰ ਹੈ, ਇਹ ਬੜੀ ਔਖੀ ਗੱਲ। ਜਿਹੜਾ ਇਹ ਕਰ ਲੈ ਉਹ ਸਭ ਤੋਂ ਉੱਚਾ ਹੋ ਗਿਆ। ਸੋ ਪਰਵਾਹ ਨਾ ਕਰੋ, ਜੋ ਸੱਚ ਹੈ ਉਹਨੂੰ ਸੱਚ ਬੋਲਣਾ ਸਿੱਖ ਲਓ। ਇਹ ਨਾ ਸੋਚੋ ਕਿ ਮੈਂ ਇੱਥੋਂ ਇਹ ਹੀ ਲੈਣਾ ਹੈ, ਮੈਂ ਕਿਸੇ ਤੋਂ ਕੁਝ ਨਹੀਂ ਜੇ ਲੈਣਾ, ਜੋ ਦੇਣਾ ਗੁਰੂ ਨੇ ਦੇਣਾ, ਮੈਂ ਤੇ ਲੈਣਾ ਹੀ ਨਹੀਂ। ਮੈਨੂੰ ਤਾਂ ਸਿਰਫ ਕਿਰਪਾ ਮਿਲਣੀ ਹੈ ਤੇ ਗੁਰੂ ਤੋਂ ਮਿਲਣੀ ਹੈ, ਤੇ ਜਦੋਂ ਗੁਰੂ ਕਿਰਪਾ ਦੇ ਦੇਗਾ ਐਵਰੀਥਿੰਗ ਫੋਲੋਜ਼, ਫਿਰ ਤਾਂ ਆ ਜਾਂਦਾ। ਸੂਰਜ ਵੱਲ ਮੂੰਹ ਕਰ ਲਓ, ਪਰਛਾਵੇਂ ਦਾ ਪਿੱਛੇ ਘੁੰਮਦੇ ਰਹਿਣ, ਆਉਂਦੇ ਰਹਿਣ। ਹਾਂਜੀ ਹੋਰ ਮੈਂ ਜ਼ਰੂਰੀ ਨਹੀਂ ਕਿ ਮੈਂ ਸਾਰੀਆਂ ਗੱਲਾਂ ਠੀਕ ਦੇਣਾ ਤੇ ਮੈਂ ਜਵਾਬ ਤੇ ਤੁਹਾਨੂੰ ਸੈਟੀਸਫਾਈ ਕਰਾਂ। ਜੋ ਮੈਂ ਕਹਿ ਰਿਹਾ ਮੈਂ ਉਹੀ ਕਰ ਰਿਹਾ, ਮੈਂ ਜੋ ਸੱਚ ਮੈਨੂੰ ਲੱਗਦਾ ਮੈਂ ਉਹੀ ਦੱਸਾਂਗਾ, ਭਾਵੇਂ ਮਾੜਾ ਲੱਗੇ ਭਾਵੇਂ ਚੰਗਾ ਲੱਗੇ। ਜੇ ਤੁਹਾਨੂੰ ਲੱਗੇ ਬੁੱਧੂ ਹੈ, ਜਬਲੀਆਂ ਮਾਰਦਾ ਹੈ, ਐਵੇਂ ਬੁੱਢਾ ਹੋ ਗਿਆ ਹੁਣ ਅਕਲ ਨਹੀਂ ਰਹੀ, ਮੈਂ ਤਾਂ ਵੀ ਤਿਆਰ ਹਾਂ, ਹੈ ਸੱਚ ਹੈ, ਇਹ ਤਾਂ ਸੱਚ ਹੈ, ਮੈਂ ਬੁੱਢਾ ਹਾਂ। There is nothing wrong about it. ਬਹੁਤ ਧੰਨਵਾਦ ਜੀ। ਇੱਕ ਕੁਐਸਚਨ ਸਾਨੂੰ ਚੈਟ ਵਿੱਚ ਆਇਆ ਹੈ ਸਚਲੀਨ ਕੌਰ ਜੀ ਤੋਂ। ਉਹ ਪੁੱਛ ਰਹੇ ਨੇ ਵੀ ਤੁਹਾਨੂੰ ਕਦੀ ਇਦਾਂ ਦਾ ਖਿਆਲ ਆਇਆ ਵੀ ਤੁਸੀਂ ਗਿਵ ਅਪ ਕਰ ਦਿਓ, ਹਾਰ ਮੰਨ ਜਾਓ? ਤੇ ਇੱਕ ਸਵਾਲ ਇਹ ਪੁੱਛਿਆ ਹੈ। ਦੂਸਰਾ ਸਵਾਲ ਉਹਨਾਂ ਨੇ ਇਹ ਪੁੱਛਿਆ ਹੈ ਕਿ ਕਦੀ ਤੁਸੀਂ ਸੋਚਿਆ ਸੀ ਵੀ ਤੁਹਾਡੀ ਕਿਤਾਬ ਨੂੰ ਪੜ੍ਹ ਕੇ ਏਦਾਂ ਕਈ ਸੈਂਕੜੇ ਤੇ ਹਜ਼ਾਰਾਂ ਬੱਚੇ ਇੰਸਪਾਇਰ ਹੋਣਗੇ? ਦੇਖੋ ਜੀ, ਮੈਂ ਤੁਹਾਨੂੰ ਸੱਚੀ ਗੱਲ ਦੱਸਿਆ ਦੇ, ਮੈਂ ਕੁਝ ਵੀ ਨਹੀਂ ਸੋਚਦਾ ਤੇ ਨਾ ਮੈਂ ਕੋਈ ਸੋਚਣ ਦਾ ਯਤਨ ਰੱਖਦਾ ਹਾਂ। ਮੇਰੇ ਵਾਸਤੇ ਮੇਰਾ ਫਿਊਚਰ ਮੇਰੇ ਸਤਿਗੁਰੂ ਨੇ ਉਲੀਕ ਕੇ ਰੱਖਿਆ ਹੋਇਆ ਹੈ ਤੇ ਉਹਨਾਂ ਨੇ ਮੇਰੀ ਝੋਲੀ ਵਿੱਚ ਪਾਉਣਾ ਹੀ ਪਾਉਣਾ ਹੈ। ਮੈਂ ਕੁਝ ਵੀ ਨਾ ਕਰਾਂ, ਉਹਨਾਂ ਦੇਣਾ ਹੀ ਦੇਣਾ। ਸੂਰਜ ਨੇ ਚਾਨਣਾ ਦੇਣਾ ਹੀ ਦੇਣਾ ਹੈ,
मैं तो सूरज के कोल जाना है, मेरी कोई प्लैनिंग नहीं, मेरा कख भी नहीं, ना ही मैनू कोई प्राप्ति लगती है। मैं तुहानू सच्ची दसा, नवी गल दसन लग्या ये तो एक आर्टिकल सी, पता नहीं मेरे 50 100 25 पे होने ने जेडे लिखे लिखाए अध विचाले किथे किथे, मैनू की छप्पन ना छप्पन हो ना हो जान ना हो जी, वो सारा कुछ हो जाए, फर्ज करो सारा कुछ हो जाए, किताबा छप जान, नोबल प्राइज मिल जाए, मैनू सब कुछ हो जाए, मैनू की मिलिया? मैं की हाँ? मैं ते आत्मा वां, मैं ते रब नाल जुड़न वाली एक आत्मा वां। वो मैं बनया कि नहीं, कदों मैं वो बनांगा? मैं ते वो लोचदा वां कि मैनू पता चल जाए कि मैं कौन हाँ, कित्थों आया, कित्थे जाना है, ते मेरा गुरु जो मैनू चाहता है तू ये बन जा, मैं वो बन जावां बस, मैनू और कुछ भी नहीं चाहिए। एक बार किधरे मैं लैक्चर दिता, बड़ी वड्डी संस्था सी, कॉलेज के सारे प्रिंसीपल इकट्ठे सन, ते उहदे बाद मैं किसी नूं पुछया, कहंदे तुहानूं पता है वो की कहंदे पे सन जिन्हें ऑर्गेनाइज किया है, बड़ी वड्डी ऑर्गेनाइजेशन, कहंदे वो कहते ने कि डॉक्टर साहब ने कहा बस तुसीं सिख बन जाओ, गुरु दे बन जाओ, असीं हुण अपनी नौकरी कायम रखीए ते अपनी ऑर्गेनाइजेशन चलाइए कि असीं हुण सिक्खी बणीए। मैं तो इसका कोई जवाब नहीं दे सकता। मैं तो अज भी कहना, हर वेले कहना, हर एक नूं कहना, अपने पुत्र नूं, दुश्मन नूं, मित्र नूं, पावन पवित्र नूं, कि तुसी सिर्फ ते सिर्फ सच बन जाओ, सिख बन जाओ, गुरु दे बन जाओ, बाकी एवरीथिंग फॉलोज। ये जदों मैं कह रहा मैनूं डर भी लगता है, तुहाडे बड़े सियाणे सियाणे गुरविंदर सिंह ते सरबजीत सिंह वर्गे सियाणे तुहानूं गाइड करन वाले बंदे ने, जेड़े कहण रीडर बनो, लीडर बनो, ऐ करो, पढ़ाई करो, अफसर बनो। अज ही मैं किसी तमिलनाडु तो कमिश्नर आया कि असी ऐ बनाने, मैं कहा जी तुसी गुरु दे बना दिओ बच्चे, सारा कुछ आपे होता जाएगा। ये गल औखी जी लगती है, पर गुरु जी कहते यही, बाकी सब कुछ आ जाएगा, वसीले बन जाते जियो। हाँ जी, अगला प्रश्न। हाँ जी, नेक्स्ट पूछणगे जीवनजोत कौर जी। जीवनजोत कौर जी, तुसी अपना सवाल पूछो जी। हाँ जी, मेरे जीवन जोत कौर जी, सानू भी जोत दियो, जीवन दी जोत। वाहिगुरु जी का खालसा, वाहिगुरु जी की। खुल के बोलो, कड़क के बोलो। सर आप और जी हाँ, आप जी ग्रीस ਵਿੱਚ ਕਾਫੀ ਵਾਰ ਆਪ ਜੀ ਦੇ ਕੇਸਾਂ ਦੇ ਸਵਾਲ ਹੋਏ, ਸ੍ਰੀ ਸਾਹਿਬ ਦੇ ਸਵਾਲ ਹੋਏ, ਬਟ ਆਪ ਕਦੇ ਡੋਲੇ ਨਹੀਂ। ਪਰ ਆਪ ਜੀ ਦੇ ਅੰਦਰ ਇੰਨਾ ਸਾਹਸ ਕਿਵੇਂ ਆਇਆ? ਗੁਰੂ ਸਾਹਿਬ ਨੇ ਆਪ ਜੀ ਤੇ ਆਪਣੀ ਇੰਨੀ ਮਿਹਰ ਕਿਵੇਂ ਕੀਤੀ? नहीं मैनू बच्चे समझ नहीं आए। इंद्रपाल जी ਇਹਨਾਂ ਨੇ ਕੀ ਦੱਸਿਆ ਮੈਨੂੰ ਦੱਸ ਦਿਓ। ਇਹਨਾਂ ਦੀ ਆਵਾਜ਼ ਨਹੀਂ ਠੀਕ ਆ ਰਹੀ, ਤੁਸੀਂ ਜੀਵਨਜੋਤ ਕੌਰ ਜੀ ਚੈਟ ਵਿੱਚ ਲਿਖ ਦਿਓ ਆਪਣਾ ਸਵਾਲ, ਅਸੀਂ ਪੁੱਛ ਲੈਂਦੇ ਹਾਂ। ਤਦ ਤੱਕ ਨੈਕਸਟ ਕੁਐਸਚਨ ਪੁੱਛਣਗੇ ਜੀ ਗੁਰਅਰਪਿਤ ਕੌਰ ਜੀ। हाँ जी हो। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। हाँ, वाहिगुरु जी की फतेह। ਮੇਰਾ ਪ੍ਰਸ਼ਨ ਹੈ ਸੀ ਕਿ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗ੍ਰੀਸ ਵਿੱਚ ਕਿਸ ਤਰ੍ਹਾਂ ਲੈ ਕੇ ਗਏ? ਟੈਚੀ ਵਿੱਚ ਪਾਇਆ, ਟੈਚੀ ਸਿਰ ਤੇ ਰੱਖਿਆ ਤੇ ਤੁਰ ਪਿਆ। ਲੋਕੀ ਕਹਿਣ ਪਾਗਲ ਹੈ। ਇੱਕ ਨੇ ਬੰਦੇ ਨੇ ਕਿਹਾ ਵੀ ਇਹ ਸਿਰ ਤੇ ਨਹੀਂ ਰੱਖੀਦਾ, ਹੱਥ 'ਚ ਰੱਖ ਲਈਦਾ ਟੈਚੀ। ਉਹਨਾਂ ਕਿਹਾ ਸ਼ਾਇਦ ਇਹਨੂੰ ਪਤਾ ਨਹੀਂ ਹੈ ਵੀ ਟੈਚੀ ਸਿਰ ਤੇ ਨਹੀਂ ਰੱਖੀਦੇ ਹੁੰਦੇ, ਪਿੰਡ ਦਾ ਕੋਈ ਬੇਵਕੂਫ ਹੈ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਹੱਥ 'ਚ ਫੜ ਲੈਣੇ ਆ। ਮੇਰੇ ਗੁਰੂ ਦੀ ਕੋਈ ਇੱਜ਼ਤ ਨਹੀਂ, ਮੇਰਾ ਗੁਰੂ ਦੀ ਕੋਈ ਮਾਨ ਨਹੀਂ ਕਰ ਸਕਦਾ, ਨਾ ਅਪਮਾਨ ਕਰ ਸਕਦਾ। ਮੈਂ ਅੰਦਰੋਂ ਕੀ ਗੁਰੂ ਨੂੰ ਸਮਝਦਾ, ਜੇ ਮੇਰੇ ਲਈ ਉਹ ਨਿਰੰਕਾਰ ਹੈ, ਜੇ ਮੇਰੇ ਲਈ ਸਭ ਕੁਝ ਹੈ ਤਾਂ ਠੀਕ। ਬਸ ਵਹਿਮ ਨਹੀਂ ਕਰਨਾ ਕਿਤੇ ਵੀ ਕੋਈ। ਮੈਂ ਤੁਹਾਨੂੰ ਦੱਸਿਆ ਨਾ, ਮੈਂ ਤਾਂ ਸਰਾਣੇ ਦੇ ਉੱਤੇ ਪੁਸਤਕ ਵਾਂਗ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲ ਕੇ ਕਰ ਲਿਆ। ਹੁਣ ਜੇ ਕਿਸੇ ਭਾਈ ਜੀ ਨੂੰ, ਸੰਤ ਜੀ ਨੂੰ ਦੱਸਿਆ, ਉਹ ਜੁੱਤੀ ਚਾ ਕੇ ਮਾਰਨਗੇ, ਤੁਸੀਂ ਗੁਰੂ ਦਾ ਅਪਮਾਨ ਕੀਤਾ ਜੀ, ਇਹਨੂੰ ਠੀਕ ਕਰੋ ਜੀ। ਤੇ ਬੱਚਿਆਂ ਨੂੰ ਗਲਤ ਪੜ੍ਹਾਉਂਦਾ।
मेरे अंदर की है गुरु वो देखता है। मेरे हाथ की कर रहे ने, मेरे कान की कर रहे ने, इमैटीरियल नहीं है वड्डी गल, लेकिन मैं किया, मैं अंदरों सोचदा किया। मेरे अंतर जिन अंतर हर हर प्रीत है, ते जन सुगड़ सियाणे राम राजे। जे बारों भुल चुक बोल दे, भी खरे हर भाणे। ਉਹ ਬਾਹਰੋਂ ਭੁੱਲ ਚੁੱਕ ਬੋਲ ਜਾਂਦੇ ਨੇ, ਤਾਂ ਵੀ ਵਾਹਿਗੁਰੂ ਕਹਿੰਦਾ ਕੋਈ ਗੱਲ, ਅੰਦਰੋਂ ਤੇ ਠੀਕ ਹੈ, ਅੰਦਰੋਂ ਠੀਕ ਬਣੋ। ਅਸੀਂ ਸਾਰੀ ਉਮਰ ਲਾ ਦਿੰਦੇ ਹਾਂ ਬਾਹਰੋਂ ਠੀਕ। ਹਾਂਜੀ ਉਹ ਜੀਵਨਜੋਤ ਕੌਰ ਜੀ ਦਾ ਸਵਾਲ ਆ ਗਿਆ ਤੇ ਇਹ ਮਿਲਦਾ ਜੁਲਦਾ ਉਸ ਸਵਾਲ ਨਾਲ, ਇੱਕ ਸਾਨੂੰ ਉਸ ਫਾਰਮ ਵਿੱਚੋਂ ਆਇਆ ਸੀਗਾ। ਅਸੀਂ ਇਸ ਕੈਂਪੇਨ ਦੇ ਦੌਰਾਨ ਬੱਚਿਆਂ ਨੂੰ ਇਹ ਕੁਐਸਚਨ ਪੁੱਛਦੇ ਰਹੇ ਹਾਂ ਵੀ ਗ੍ਰੀਸ ਵਿੱਚ ਹੋਰ ਸਿੱਖ ਵੀ ਸਨ ਪਰ ਉਹ ਪਤਿਤ ਸਨ ਸਾਰੇ, ਤੇ ਇੱਕ ਆਪ ਜੀ ਸੀ ਜੋ ਜਿਨ੍ਹਾਂ ਨੇ ਉੱਥੇ ਆਪਣਾ ਸਰੂਪ ਸੰਭਾਲਿਆ। ਤੇ ਅਸੀਂ ਬੱਚਿਆਂ ਨੂੰ ਇਹ ਕੁਐਸਚਨ ਪੁੱਛਦੇ ਸੀ ਵੀ ਤੁਹਾਨੂੰ ਕੀ ਲੱਗਦਾ ਹੈ ਕਿ ਡਿਫਰੈਂਸ ਸੀਗਾ ਡਾਕਟਰ ਬ੍ਰਿਜਪਾਲ ਸਿੰਘ ਜੀ ਵਿੱਚ ਤੇ ਉਹਨਾਂ ਸਿੱਖਾਂ ਦੇ ਵਿੱਚ? ਬੜੇ ਸਾਨੂੰ ਅਲੱਗ-ਅਲੱਗ ਜਵਾਬ ਆਉਂਦੇ ਸਨ ਤੇ ਅਸੀਂ ਆਪ ਜੀ ਤੋਂ ਜਾਣਨਾ ਚਾਹੁੰਦੇ ਹਾਂ ਵੀ ਕੀ ਸੀ ਵੀ ਉਹ ਸਿੱਖ ਆਪਣਾ ਸਰੂਪ ਨਹੀਂ ਸੰਭਾਲ ਪਾਏ ਤੇ ਆਪ ਜੀ ਨੇ ਉੱਥੇ ਸਿੱਖੀ ਦਾ ਬੋਲਬਾਲਾ ਕੀਤਾ। ਦੇਖੋ ਜੀ, ਜਿਹੜਾ ਪਤਿਤ ਹੋ ਗਿਆ ਉਹ ਸਿੱਖ ਤਾਂ ਕੋਈ ਨਹੀਂ ਹੈ, ਉਹ ਪਤਿਤ ਹੀ ਹੈ। ਸਿੱਖ ਤਾਂ ਸਿੱਖ ਹੁੰਦਾ ਤੇ ਪਤਿਤ ਪਤਿਤ ਹੁੰਦਾ। ਹੁਣ ਪਤਿਤ ਫਿਰਦੇ ਸਨ, ਬੜੇ ਸਨ ਉੱਥੇ, ਤੇ ਉਹ ਮੈਨੂੰ ਇੱਜ਼ਤ ਤੇ ਮਾਣ ਇਸ ਲਈ ਦਿੰਦੇ ਸਨ ਕਿ ਮੈਂ ਪੜ੍ਹਾਈ ਕਰਕੇ ਤੇ ਸਕਾਲਰਸ਼ਿਪ ਤੇ ਆਇਆ ਸਾਂ। ਉੱਥੇ ਵਿਚਾਰੇ ਰੋਟੀ ਰਾਟੀ ਰਿਜ਼ਕ ਦੇ ਧੱਕੇ ਖਾਂਦੇ ਆਏ ਸਨ, ਨੌਕਰੀਆਂ ਤੇ ਫਿਰਦੇ ਸਨ, ਤੇ ਉਹ ਮੈਨੂੰ ਆਪੇ ਛੱਡ ਜਾਂਦੇ ਸਨ, ਮੇਰਾ ਸਾਥ ਛੱਡ ਜਾਂਦੇ ਸਨ। ਤੇ ਮੈਂ ਗੱਲ ਕਰਦਾ ਸਾਂ ਆਪਣੇ ਗੁਰੂ ਦੀ, ਮੈਂ ਕਹਿੰਦਾ ਸਾਂ ਇਹ ਕਰੋ ਉਹ ਕਰੋ, ਉਹਨਾਂ ਨੂੰ ਨਹੀਂ ਪਸੰਦ ਨਾ ਸਹੀ। ਲੇਕਿਨ ਆਈ ਟੈਲ ਯੂ, ਮੇਰੇ ਇਹਨਾਂ ਪਤਿਤਾਂ ਨੂੰ ਛੱਡ ਕੇ ਜਿਹੜੇ ਗ੍ਰੀਕ ਲੋਕ ਸਨ, ਗ੍ਰੀਕੇ ਜਿਨ੍ਹਾਂ ਨੂੰ ਕਹਿ ਦਈਏ ਅਸੀਂ, ਉਹ ਜਿਹੜੇ ਸਨ, ਜਿੰਨਾ ਉਹਨਾਂ ਨੇ ਮੈਨੂੰ ਮਾਣ ਤੇ ਪਿਆਰ ਦਿੱਤਾ, ਇਤਨਾ ਤਾਂ ਮੈਨੂੰ ਕੋਈ ਵੀ ਨਹੀਂ ਦਿੰਦਾ। ਮੈਂ ਜਿਸ ਪ੍ਰੋਫੈਸਰ ਦੇ ਨਾਲ PhD ਕੀਤੀ ਸੀ, ਅਜੀਬ ਜੀ ਗੱਲ ਦੱਸਣ ਲੱਗਿਆ, 2-3 ਸਾਲ ਪਹਿਲੇ ਮੇਰੇ ਬੱਚੇ ਨੇ ਕਿਹਾ, ਮੇਰਾ ਉਹ ਬਹੁਤ ਛੋਟਾ ਸੀ ਉਦੋਂ, ਕਹਿੰਦੇ ਮੈਂ ਵਾਪਸ ਚਲੀਏ ਤੇ ਮੈਂ ਨਾਲ ਲੈ ਚਲੋ, ਅਸੀਂ ਗ੍ਰੀਸ ਜਾਣਾ। ਹੀ ਫਾਈਨੈਂਸ ਦੀ ਹੋਲ ਥਿੰਗ। ਉਹ ਮੇਰੇ ਨਾਲ ਥੋੜਾ ਜ਼ਿਆਦਾ ਅਮੀਰ ਹੈ, ਕਹਿੰਦੇ ਮੈਂ ਲੈ ਚੱਲਦਾ ਵਾਂ। ਮੈਂ ਚੱਲ ਪਿਆ। ਉਹਨਾਂ ਨੂੰ, ਪ੍ਰੋਫੈਸਰ ਨੂੰ ਅਸੀਂ ਲੱਭਿਆ ਕਰਿਆ, ਕੋਈ ਐਡਰੈਸ ਥੋੜਾ ਪਿਆ ਸੀ। 30 ਸਾਲ ਹੋ ਗਏ, ਉਹ ਬਜ਼ੁਰਗ ਹੋ ਗਏ ਸਨ। ਜਦੋਂ ਘਰ ਜਾ ਲੱਭਿਆ ਉਹਨਾਂ ਦੇ, ਜਦੋਂ ਘਰ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਆਪਣੀ ਮੇਡ ਸਰਵੈਂਟ ਨੂੰ ਤੇ ਆਪਣੀ ਵਾਈਫ ਨੂੰ ਕਹਿੰਦੇ ਨੇ, ਕਿਉਂਕਿ ਉਹ ਖੜੇ ਹੋਣਾ ਉਹਨਾਂ ਲਈ ਮੁਸ਼ਕਲ ਸੀ, ਹੁਣ ਮੈਂ ਬੁੱਢਾ ਤਾਂ ਉਹ ਹੋਰ ਵੀ ਬੁੱਢੇ ਸਨ, ਤੇ ਕਹਿੰਦੇ ਨੇ ਇਹ ਦੇਖ, ਜਿਵੇਂ ਸੁਕਰਾਤ ਸੋਕਰੇਟੀਸ ਜਿਵੇਂ ਗ੍ਰੀਸ ਤੋਂ ਦੁਨੀਆ ਵਿੱਚ ਗਿਆ ਸੀ, ਅਲੈਗਜ਼ੈਂਡਰ ਗਿਆ ਸੀ, ਇਵੇਂ ਹੀ ਇਜ਼ ਅ ਵਾਈਜ਼ ਮੈਨ ਫਰਮ ਇੰਡੀਆ, ਹੀ ਹੈਜ਼ ਕਮ ਟੂ ਮੀਟ ਅਸ। ਮੈਨੂੰ ਉਹਨਾਂ ਦੀ ਵਾਈਫ ਨੇ ਕਿਹਾ, ਵੀ ਆਰ ਸੌਰੀ, ਤੁਹਾਡੇ ਕੋਲ ਉਹ ਕੁਝ ਸੀ ਜੋ ਅਸੀਂ ਤੁਹਾਡੇ ਤੋਂ ਲੈ ਨਹੀਂ ਸਕੇ। ਦੱਸੋ ਇਹ ਕੀ ਸੀ? ਸਿੱਖੀ ਹੈ, ਹੋਰ ਕੁਝ ਨਹੀਂ। ਗੁਰੂ ਦੀ ਸਿੱਖਿਆ, ਸਿੱਖੀ ਕੀ ਹੈ? ਸਿੱਖੀ ਸਿੱਖਿਆ ਗੁਰੂ ਵਿਚਾਰ, ਹੋਰ ਤੇ ਕੁਝ ਵੀ ਨਹੀਂ। ਤੋ ਗੁਰੂ ਦੇ ਵਿਚਾਰ, ਗੁਰੂ ਦੀ ਸਿੱਖੀ, ਇਹਨੂੰ ਲਿਓ, ਸ਼ਾਨ ਨਾਲ ਵੱਢੋ, ਸੀਸ ਉੱਤੇ ਰੱਖੋ, ਹੱਥ ਵਿੱਚ ਰੱਖੋ, ਕਿਰਪਾਨ ਬਣ ਕੇ ਰੱਖੋ, ਗੁਟਕਾ ਬਣ ਕੇ ਰੱਖੋ, ਪਾਠ ਬਣ ਕੇ ਰੱਖੋ, ਦਲੇਰੀ ਬਣ ਕੇ ਰੱਖੋ, ਕਿਸੇ ਦੀ ਪਰਵਾਹ ਨਾ ਕਰੋ, ਕਿਉਂਕਿ ਤੁਸੀਂ ਕੇਵਲ ਸਤਿਗੁਰੂ ਦੀ ਪਰਵਾਹ ਕਰੋ। ਇਸ ਲਈ ਉਹ ਬਾਕੀ ਜਿਹੜੇ ਨੇ ਨਾ, ਉਹ ਆਪੇ ਯਰਕ ਜਾਂਦੇ ਨੇ। ਮੈਂ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਗੱਲ ਦੱਸਦਾ ਕਿ ਕਿਵੇਂ ਹੁੰਦੇ ਨੇ। ਮੇਰੀ ਬੱਚੀ ਕਿਧਰੇ ਪੜ੍ਹ ਰਹੀ ਸੀ ਬੈਂਗਲੌਰ ਦੇ ਵਿੱਚ, ਤੇ ਉਹ ਮੈਨੂੰ ਟੈਲੀਫੋਨ ਕਰਦੀ ਹੁੰਦੀ ਸੀ, ਰਾਤ ਨੂੰ ਸਸਤਾ ਹੁੰਦਾ ਸੀ ਤੇ ਰਸਤਾ ਕਰਨ ਜਾਂਦੀ ਸੀ। ਤੇ ਇੱਕ ਦਿਨ ਉਹਦਾ ਆਇਆ ਕਿ ਜਦੋਂ ਮੈਂ ਟੈਲੀਫੋਨ ਕਰਨ ਆਉਂਦੀ ਹਾਂ ਹਨੇਰੇ, ਤੇ ਕੁਝ ਮੁੰਡੇ ਪਿੱਛੇ ਲੱਗ ਜਾਂਦੇ ਨੇ, ਕੁਝ ਬੋਲਦੇ ਨੇ। ਮੈਂ ਕੀ ਕਰਾਂ? ਮੈਂ ਕਿਹਾ ਤੂੰ ਕੀ ਕਰਨਾ ਹੈ? ਜਿਹੜੀ ਕਿਰਪਾਨ ਪਾਈ ਹੋਈ ਹੈ ਅੰਦਰ ਪਾਈ ਆ, ਉਹ ਬਾਹਰ ਪਾ ਦੇ, ਹੋਰ ਕੀ ਕਰਨੀ ਹੈ? ਤੂੰ ਆਪਣੇ ਗਾਤਰੇ ਦੇ ਆਪਣੀ ਕਿਰਪਾਨ ਬਾਹਰ ਪਾ ਕੇ ਤੇ ਇੰਝ ਹੋ ਕੇ ਚੱਲ, ਜਿਵੇਂ ਖਾਲਿਸਤਾਨ ਹੁੰਦਾ ਉਵੇਂ ਚੱਲ, ਤੇ ਉਹ ਆਪੇ ਭੱਜ ਜਾਣਗੇ।
ਉਹ ਉਹਨਾਂ ਵੇਖਿਆ ਕਿ ਇਹ ਤੇ ਅੰਮ੍ਰਿਤਧਾਰੀ ਤੇ ਕੋਈ ਕਿਰਪਾਨ ਵਾਲੀ ਹੈ ਤੇ ਨੱਠ ਗਏ ਜੀ, ਉਹ ਭੱਜ ਗਏ, ਕੋਈ ਨੇੜੇ ਨਹੀਂ ਗਿਆ। ਔਰ ਉਹ ਆਪੇ, ਔਰ ਯਾਦ ਰੱਖਣਾ ਤੁਸੀਂ ਕੁਝ ਨਹੀਂ ਕਰਨਾ ਨਾ, ਤੁਹਾਡੀ ਕਿਰਪਾਨ ਨੇ ਕੁਝ ਕਰਨਾ ਹੈ। ਕਰਨ ਵਾਲਾ ਉਹ ਪ੍ਰਭੂ ਆਪ ਹੀ ਹੈ, ਕਰਤਾ ਪੁਰਖ, ਉਹ ਨਿਰਭਉ, ਤੁਹਾਨੂੰ ਹੀ ਨਿਰਭਉ ਬਣਾਏਗਾ। ਇਸ ਲਈ ਬੇਫਿਕਰ ਹੋ ਜਾਓ, ਗੁਰੂ ਨੂੰ ਰੱਖੋ ਨਾਲ, ਸਾਰੀ ਦੁਨੀਆ ਨੂੰ ਚੱਕ ਦਿਓ, ਫਟੇ ਦੇ ਚੱਕ ਦਿਓ। ਬਹੁਤ ਬਹੁਤ ਧੰਨਵਾਦ। ਇੱਕ ਸੋਕਰੇਟ ਸੀ, ਇੱਕ ਸਪਿਰਚੁਅਲ ਸੋਕਰੇਟ ਸੀ। ਬਹੁਤ ਬਹੁਤ ਧੰਨਵਾਦ ਜੀ। ਨੈਕਸਟ ਕੁਐਸਚਨ ਪੁੱਛਣਗੇ ਬਵਨੀਤ ਕੌਰ ਜੀ। ਹਾਂਜੀ ਬਵਨੀਤ ਕੌਰ ਹਾਂਜੀ, ਜੀ। ਲਾਸਟ 2 ਕੁਐਸਚਨਸ ਆਪਾਂ ਬਸ ਲਵਾਂਗੇ। ਹਾਂਜੀ ਬਵਨੀਤ ਕੌਰ ਜੀ, ਆਪਣਾ ਸਵਾਲ ਪੁੱਛੋ ਜੀ। ਵਾਹਿਗੁਰੂ ਜੀ ਕਾ ਔਰ ਮੇਰੇ ਖਾਲਸਾ, ਬੱਚੇ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹੋ। ਮੇਰੇ ਕੋਲ ਆਵਾਜ਼ ਨਹੀਂ ਪਹੁੰਚੀ। ਇੱਕ ਮੈਂ ਆਪੇ ਗੱਲ ਵਾਹਿਗੁਰੂ ਜੀ ਕਲੀਅਰ ਕਾ ਕਰ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਪੁੱਛੋ। ਬੋਲੋ ਜੀਓ, ਬੋਲੋ। ਸ਼ਾਇਦ ਉਹਨਾਂ ਦੇ ਕਨੈਕਸ਼ਨ ਦੀ ਕੋਈ ਪ੍ਰੋਬਲਮ ਹੈ। ਅਸੀਂ ਨੈਕਸਟ ਲੈਂਦੇ ਹਾਂ ਜੀ ਸ਼ਿਵਰਜੀਤ ਕੌਰ ਜੀ। ਨਹੀਂ, ਨੈਕਸਟ ਤੋਂ ਲੈਣ ਤੋਂ ਪਹਿਲੇ ਮੈਨੂੰ ਲੈ ਲਓ, ਮੈਂ ਇਹ ਗੱਲ ਕਲੀਅਰ ਕਰ ਜਾਵਾਂ, ਕਿਧਰੇ ਰਹਿ ਨਾ ਜਾਏ ਮੇਰੇ ਮਨ ਚ ਆਈ। ਬੱਚੇ, ਜਦੋਂ ਮੈਂ ਕਿਹਾ ਕਿ ਸਭ ਕੁਝ ਭੁੱਲ ਜਾਓ ਤੇ ਗੁਰੂ ਦਾ ਆਸਰਾ ਲੈ ਲਓ, ਕਿਤੇ ਇਹ ਨਾ ਸਮਝਣਾ ਮੈਂ ਕਿਹਾ ਪੜ੍ਹਾਈ ਨਾ ਕਰੋ। ਮੈਂ ਇਹ ਨਹੀਂ ਕਿਹਾ ਕਿ ਘਰ ਦੇ ਵਿੱਚ ਆਪਣੀ ਮਾਂ ਦੇ ਨਾਲ ਭਾਂਡੇ ਨਾ ਮਾਂਜੋ। ਮੈਂ ਇਹ ਨਹੀਂ ਕਿਹਾ ਕਿ ਆਪਣੇ ਪ੍ਰੈਸ ਕੱਪੜੇ ਆਪ ਨਾ ਕਰੋ। ਮੈਂ ਇਹ ਨਹੀਂ ਜੇ ਕਿਹਾ, ਸਾਰੇ ਕੰਮ ਕਰੋ, ਉਹ ਕੰਮ ਕਰੋ, ਲੇਕਿਨ योर ਪ੍ਰਾਇਮਰੀ ਐਕਟੀਵਿਟੀ ਇਜ਼ ਗੁਰੂ। ਸੈਕੰਡਰੀ ਐਕਟੀਵਿਟੀ ਉਹ ਨਹੀਂ। ਸੈਕੰਡਰੀ ਵੀ ਕਰਨੀ ਹੈ ਨਾ, ਜੇ ਮੈਂ ਨਹਾਣਾ ਤਾਂ ਮੈਂ ਡੋਲੂ ਲੈ ਕੇ ਉੱਤੇ ਪਾਵਾਂਗਾ ਨਾ, ਕੋਈ ਗੱਲ ਨਹੀਂ। ਮੈਂ ਟੂਟੀ ਖੋਲਾਂਗਾ, ਇਹ ਤਾਂ ਨਹੀਂ ਕਹਾਂ ਜੀ ਪਾਣੀ ਆਪੇ ਆ ਜਾ। ਸੋ ਇਹ ਜਿਹੜੀ ਬੁੱਧੀ ਹੈ, ਇਸ ਨੂੰ ਵਰਤੋ, ਲੇਕਿਨ ਇਹਦੀ ਚੰਗੀ ਵਰਤੋਂ ਕਰੋ, ਪੜ੍ਹਾਈ ਕਰੋ, ਲਾਇਕ ਬਣੋ, ਔਰ ਲਾਇਕ ਬਣ ਕੇ ਆਪਣੀ ਤਾਕਤ बढ़ाओ। ਲਿਆਕਤ ਤਾਕਤ ਹੁੰਦੀ ਹੈ, ਲੇਕਿਨ ਤੁਹਾਡੀ ਤਾਕਤ ਤੁਹਾਡੀ ਹਿਮਾਕਤ ਨਹੀਂ ਹੋਣੀ ਚਾਹੀਦੀ, ਤੁਹਾਡੀ ਹਉਮੈ ਨਹੀਂ ਹੋਣੀ ਚਾਹੀਦੀ। ਤੁਹਾਨੂੰ ਪਤਾ ਚੱਲੇ ਕਿ ਮੈਂ ਗੁਰੂ ਦਾ ਬਣਾਇਆ। ਹਾਂਜੀ, ਅਗਲਾ ਪ੍ਰਸ਼ਨ। ਨੈਕਸਟ ਮੈਂ ਬੇਨਤੀ ਕਰਾਂਗਾ ਤਵਲੀਨ ਕੌਰ ਜੀ, ਵਿਸ਼ਾਖਾਪਟਨਮ ਤੋਂ। ਬੜੇ ਸਾਡੇ ਕਮਾਲ ਦੇ ਰੀਡਰ ਰਹੇ ਨੇ, ਬੜੀ ਅੱਛੀ ਇਹਨਾਂ ਦੀ ਪਰਫਾਰਮੈਂਸ ਸੀ ਲੈਵਲ 1 ਵਿੱਚ। ਹਾਂਜੀ ਤਵਲੀਨ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀਓ। ਸਰ ਮੈਨੂੰ ਇਹ ਪੁੱਛਣਾ ਸੀ, ਪਹਿਲੇ ਤਾਂ ਕਿਸੇ ਦਾ ਕੁਐਸਚਨ ਆਇਆ ਸੀ ਚੈਟ ਬਾਕਸ ਵਿੱਚ, ਤਨਵੀਰ ਸਿੰਘ ਜੀ ਅੰਮ੍ਰਿਤਸਰ ਤੋਂ, ਉਹਨਾਂ ਦਾ ਆਨਸਰ ਵੀ ਦੇਣਾ ਚਾਹਾਂਗੀ। ਤੇ ਮੇਰਾ ਇੱਕ ਕੁਐਸਚਨ ਹੈ ਸਰ, ਮੇਰਾ ਕੁਐਸਚਨ ਸੀਗਾ ਕਿ ਤੁਹਾਨੂੰ ਕਦੀ ਅਕੇਲੇ ਕੁਝ ਫੀਲ ਨਹੀਂ ਹੋਇਆ ਜਦੋਂ ਤੁਸੀਂ ਉੱਥੇ ਸੀਗੇ? ਕੀ ਨਹੀਂ ਹੋਇਆ? ਤੁਸੀਂ ਕਦੀ ਅਕੇਲੇ ਨਹੀਂ ਪਏ? ਮੈਂ ਰੋਂਦਾ ਸਾਂ, ਅਥਰੂ ਕੇਰਦਾ ਸਾਂ ਵਹੁਟੀ ਪਿੱਛੇ, ਮੇਰੇ ਬੱਚੇ ਵੀ ਸਨ ਉਸ ਵੇਲੇ। ਮੈਨੂੰ ਪੈਸੇ ਜੇਬ ਵਿੱਚ ਨਹੀਂ ਸੀ ਹੁੰਦੇ, ਬੱਸ ਦਾ ਕਿਰਾਇਆ ਨਹੀਂ ਸੀ ਹੁੰਦਾ, 5-5 ਮੀਲ ਪੈਦਲ ਤੁਰਦਾ ਸਾਂ। ਤੇ ਮੈਨੂੰ ਪੁਲਿਸ ਵਾਲੇ ਵੀ ਔਖਿਆਂ ਕਰਦੇ, ਉਹ ਤਾਂ ਕਿਤਾਬ ਦੇ ਵਿੱਚ ਹੀ ਲਿਖਿਆ ਹੋਇਆ, ਤਾਂ ਔਖ ਵੀ ਹੋਏ ਨੇ। ਪਰ ਕੀ ਹੋਇਆ, ਦੁਨੀਆ ਦੇ ਵਿੱਚ ਔਖ ਸਦਾ ਹੁੰਦੇ ਨੇ, ਹਰ ਇੱਕ ਨੂੰ ਹੁੰਦੇ ਨੇ। ਔਖ ਨੂੰ ਵੇਖ ਕੇ ਜਿਹੜਾ ਔਖਾ ਹੋ ਜਾਏ ਉਹ ਕਾਇਰ ਹੁੰਦਾ, ਉਹ ਕਮਜ਼ੋਰ ਹੁੰਦਾ। ਜਿਹੜਾ ਔਖ ਨੂੰ ਵੇਖ ਕੇ ਦਲੇਰ ਹੋ ਜਾਏ ਉਹ ਬਹਾਦਰ ਹੁੰਦਾ, ਉਹ ਕਾਮਯਾਬ। ਤੁਸੀਂ ਔਖ ਨੂੰ ਵੇਖ ਕੇ ਡਰਨਾ ਨਹੀਂ, ਔਖ ਨੂੰ ਸਰ ਕਰਨਾ ਹੈ, ਔਖ ਨੂੰ ਅਸੀਂ ਅੱਗੇ ਪਾਸੇ ਲੈ ਜਾਣਾ। ਕੋਈ ਗੱਲ ਨਹੀਂ, ਕਦੀ ਵੀ ਡਰੋ ਨਾ ਕਿ ਮੈਨੂੰ ਔਖ ਆ ਗਿਆ। ਔਖ ਆ ਗਿਆ ਤਾਂ ਗੁਰੂ ਨੂੰ ਯਾਦ ਕਰੋ ਜਦੋਂ ਨਹੀਂ ਹੱਥ ਵਿੱਚ ਆਉਂਦਾ। ਤੇ ਨਹੀਂ ਤਾਂ ਗੁਰੂ ਨੇ ਅਕਲ ਦਿੱਤੀ ਹੈ, ਹੱਥ ਦਿੱਤੇ ਨੇ, ਤਾਕਤ ਦਿੱਤੀ ਹੈ, ਪੈਸੇ ਦਿੱਤੇ ਨੇ, ਤੁਹਾਨੂੰ ਮਾਪਿਓ ਦਿੱਤੇ, ਭੈਣ ਭਰਾ ਦਿੱਤੇ ਨੇ, ਸਾਡੇ ਕੋਲ ਤਾਂ ਸਭ ਕੁਝ ਹੈ। ਉੱਥੇ ਮੈਂ ਤਾਂ ਕਲਮ ਕੱਲਾ ਹੀ ਸੀ, ਨਾ ਮੇਰੇ ਅੱਗੇ ਨਾ ਮੇਰੇ ਪਿੱਛੇ, ਨਾ ਉੱਤੇ ਨਾ ਹੇਠਾਂ। ਸਰ ਮੈਂ ਗ੍ਰੀਸ ਦੀ ਗੱਲ ਕਰ ਰਹੀ ਸੀ, ਗ੍ਰੀਸ ਵਿੱਚ ਤਾਂ ਤੁਹਾਡੀ ਪੂਰੀ ਫੈਮਿਲੀ ਨਹੀਂ ਸੀਗੀ, ਸਿਰਫ ਤੁਸੀਂ ਸੀਗੇ। ਨਹੀਂ,
नहीं पहले 2 साल बच्चे मैं कला रहा सी, फिर मैं चलो दस देना मैं वोटी नूं चिट्ठी पाई भी मैं अपने स्कॉलरशिप दे विचों बचा के ਇਹ ਪੈਸੇ ਇਕੱਠੇ ਕਰ ਲਏ ਨੇ ਤੇ ਇਹਨਾਂ ਪੈਸਿਆਂ ਦੇ ਨਾਲ ਬੋਲ ਤੇਰੇ ਲਈ ਕੀ ਲੈ ਕੇ ਆਵਾਂ। ਉਹ ਬੜੀ ਸਿਆਣੀ ਸੀ, ਹਾਲੇ ਵੀ ਹੈ, ਹੁਣ ਵੀ ਸਿਆਣੀ ਹੈ, ਤੇ ਉਹ ਕਹਿੰਦੀ ਜੀ ਸਾਨੂੰ ਕੁਝ ਨਹੀਂ ਚਾਹੀਦਾ, ਤੁਸੀਂ ਸਾਨੂੰ ਬੁਲਾ ਲਓ। ਮੈਂ ਕਿਹਾ ਠੀਕ ਹੈ, ਤੇ ਮੈਂ ਉਹਨਾਂ ਨੂੰ ਬੁਲਾ ਲਿਆ, ਟਿਕਟ ਭੇਜ ਦਿੱਤੀ। ਉਹ ਸਾਰੇ ਔਖ ਸੌਖ ਮੈਂ ਨਹੀਂ ਦੱਸਦਾ ਡਿਟੇਲ, ਬੜੇ ਔਖ ਹੋਏ, ਉਹ ਸਾਰਾ ਭੇਜ ਦਿੱਤਾ। ਮੈਂ ਕਿਉਂ ਜਿਹਾ ਬੁੱਧੂ ਹਾਂ ਤੁਹਾਨੂੰ ਮੈਂ ਦੱਸ ਦੇਣਾ। 2 ਸਾਲ ਹੋ ਗਏ ਸੀ, ਮੈਂ ਟਿਕਟ ਭੇਜੀ, ਅੱਗੋਂ ਲਾਏ, ਉਹ 2 ਨਿਆਣੇ ਹੱਥ 'ਚ ਫੜ ਕੇ ਨਾਲ ਲੈ ਕੇ ਆਈ, ਮੇਰਾ ਪੁੱਤਰ ਤੇ ਮੇਰੀ ਧੀ ਛੋਟੇ ਸਨ, ਤੇ ਮੈਂ 에ਅਰਪੋਰਟ ਤੇ ਲੈਣ ਗਿਆ। ਦੂਰੋਂ ਦੇਖ ਕੇ ਮੈਂ ਉਹਨੂੰ ਪਛਾਣਿਆ ਹੀ, ਮੈਂ ਕਿਹਾ ਕੋਈ ਹਿੰਦੁਸਤਾਨਨ ਆਈ ਤਾਂ ਹੈ, ਮੇਰੀ ਵਹੁਟੀ ਪਤਾ ਨਹੀਂ ਕਿਉਂ ਨਹੀਂ ਆਈ। ਤੇ ਮੈਂ ਤੱਕਦਾ ਪਿਆ ਬਿਟ ਕੇ, ਤੇ ਉਹਨੇ ਮੈਨੂੰ ਦੂਰੋਂ ਸ਼ੀਸ਼ੇ ਦੇ ਵਿੱਚੋਂ ਹੱਥ ਮਾਰੇ ਵੀ ਕੀ ਹੋ ਗਿਆ, ਕੌਣ ਹੈ? ਮੈਂ ਕਿਹਾ ਤੇ ਆਪਣੀ ਵਹੁਟੀ ਹੈ। ਸੋ ਜੋ ਹਾਂ ਸੋ ਹਾਂ, ਭੈੜੇ ਆ ਮੰਦੇ ਆ ਚੰਗੇ ਆ, ਗੁਰੂ ਤੇਰੇ ਆ, ਦੈਟਸ ਆਲ। ਬੱਚੇ ਕੋਈ ਔਖ ਨਹੀਂ ਹੁੰਦਾ, ਕੋਈ ਕਿਸੇ ਕਿਸਮ ਦੀ ਨਾਂ ਦੀ ਔਖ ਨਾਂ ਦੀ ਚੀਜ਼ ਦੁਨੀਆ ਵਿੱਚ ਨਹੀਂ ਹੈ। ਇੱਕੋ ਔਖਾ ਹੈ, ਆਖਣ ਔਖਾ ਸਾਚਾ ਨਾਮ, ਹੋਰ ਕੁਝ ਵੀ ਨਹੀਂ ਜੇ ਔਖ। ਬਹੁਤ ਬਹੁਤ ਧੰਨਵਾਦ ਜੀ ਸਾਰੇ ਸਵਾਲ ਪੁੱਛਣ ਵਾਲਿਆਂ ਤੇ ਤਵਲੀਨ ਕੌਰ ਜੀ ਤੁਸੀਂ ਸਾਨੂੰ ਲਿਖ ਕੇ ਭੇਜ ਦਿਓ, ਅਸੀਂ ਡਾਕਟਰ ਬ੍ਰਿਜਪਾਲ ਸਿੰਘ ਜੀ ਦਾ ਤੁਹਾਡਾ ਕੁਝ ਨਹੀਂ, ਮੈਂ ਸੰਵੀਰ ਸਿੰਘ ਜੀ ਦਾ ਇੱਕ ਮੈਸੇਜ ਆਇਆ ਚੈਟ ਬਾਕਸ ਵਿੱਚ, ਉਹਦਾ ਮੈਂ ਆਨਸਰ ਦੇਣਾ ਚਾਹਾਂਗੀ। ਹਾਂਜੀ ਹਾਂਜੀ। ਸੰਵੀਰ ਸਿੰਘ ਜੀ, ਤੁਸੀਂ ਲਿਖਿਆ ਕਿ ਕਿਰਪਾਨ ਫਲਾਈਟ ਵਿੱਚ ਲੈ ਕੇ ਜਾਣਾ ਅਲਾਉਡ ਨਹੀਂ ਹੁੰਦਾ। ਵੈਸੇ ਫਲਾਈਟ ਵਿੱਚ ਲੈ ਕੇ ਜਾਣਾ ਅਲਾਉਡ ਹੁੰਦਾ ਹੈ ਜੇ ਤੁਸੀਂ ਉਹਨਾਂ ਨੂੰ ਪ੍ਰੂਵ ਕਰ ਦਿਓ ਕਿ ਤੁਸੀਂ ਇੱਕ ਸਿੱਖ ਹੋ ਔਰ ਤੁਸੀਂ ਇਸਦੀ ਗਲਤ ਯੂਜ਼ ਨਹੀਂ ਕਰੋਗੇ। ਬੱਚੇ ਔਖ ਹੈ ਸਨ, ਕਿਰਪਾਨ ਦੇ ਔਖ ਸੀ, ਉਹਨਾਂ ਕਿਹਾ ਸੀ ਨਾਲ ਨਹੀਂ। ਉਦੋਂ ਜਦੋਂ ਮੈਂ ਗਿਆ ਸੀ ਨਾ, ਬੜੇ 40 ਸਾਲ ਹੋ ਗਏ, ਉਦੋਂ ਕਿਰਪਾਨ ਕੈਪਟਨ ਦੇ ਕੋਲ ਰੱਖਦੇ ਹੀ ਸੀ ਸਾਹਮਣੇ, ਤੇ ਜਾਣ ਲੱਗਿਆ ਉਹ ਦੇ ਦਿੰਦਾ ਸੀ। ਸੋ ਠੀਕ ਹੈ, ਤੁਹਾਡੇ ਸਰੀਰ ਤੇ ਨਹੀਂ ਹੈ, ਸਾਹਮਣੇ ਪਈ ਹੈ। ਹੁਣ ਰੂਲ ਇਹ ਹੈ ਕਿ ਤੁਸੀਂ ਆਪਣੇ ਬੈਗੇਜ ਵਿੱਚ ਰੱਖ ਸਕਦੇ ਹੋ, ਲੇਕਿਨ ਆਪਣੇ ਸਰੀਰ ਤੇ ਨਹੀਂ ਲਿਜਾ ਸਕਦੇ। ਸਾਲ ਰਾਈਟ, ਕੋਈ ਗੱਲ ਨਹੀਂ। ਦੇਖੋ ਕਿਸੇ ਵੀ ਗੱਲ ਤੇ ਅਸੀਂ ਜ਼ਿੱਦ ਇਹ ਲਾਣੀ ਹੈ ਕਿ ਮੇਰੇ ਕੋਲ ਹੈ, ਮੇਰੇ ਨਾਲ ਹੈ, ਹਰ ਵੇਲੇ ਮੇਰੇ ਕੋਲ ਰਵੇ। ਲੇਕਿਨ ਰਾਤ ਸੌਣ ਲੱਗੇ, ਨਹਾਉਣ ਵੇਲੇ, ਟੱਟੀ ਪਿਸ਼ਾਬ ਜਾਣ ਲੱਗੇ, ਤੁਸੀਂ ਕਿਸੇ ਵੇਲੇ ਆਸੇ ਪਾਸੇ ਹੋ ਜਾਂਦੇ ਹੋ। ਇਹਨੂੰ ਇਹ ਨਾ ਸੋਚੋ ਕਿ ਕੋਈ ਅਵਗਿਆ ਹੋ। ਅਵਗਿਆ ਉਹ ਹੈ ਜਦੋਂ ਤੁਸੀਂ ਇਸ ਨੂੰ ਆਪਣੇ ਤੋਂ ਅਨਿੱਖੜਵਾਨ ਨਹੀਂ ਬਣਦੇ। ਇਹ ਅਨਿੱਖੜਵਾਨ ਰੱਖੋ, ਇਹ ਤੁਹਾਡੇ ਕੋਲ ਹੈ। ਹਾਂਜੀ ਉਹ ਥੈਂਕ ਯੂ ਜੀ, ਥੈਂਕ ਯੂ ਤਵਲੀਨ ਕੌਰ ਜੀ, ਥੈਂਕ ਯੂ ਅੰਕਲ ਜੀ। ਹੁਣ ਮੈਂ ਰਿਕੁਐਸਟ ਕਰਾਂਗਾ ਸਰਬਜੀਤ ਅੰਕਲ ਜੀ ਨੂੰ ਕਿ ਉਹ 2 ਸ਼ਬਦ ਉਹ ਵੀ ਕਹਿਣ ਜੀ। ਥੈਂਕ ਯੂ ਜੀ, ਮੈਂ ਉਡੀਕਦਾ ਪਿਆ। ਸਰਬਜੀਤ ਹੋਰੀ ਮੇਰੇ ਸਭ ਤੋਂ ਪਹਿਲੇ ਸਨ ਜਿਨ੍ਹਾਂ ਨੇ ਇਹ ਕਿਤਾਬ ਪੜ੍ਹ ਕੇ ਮੇਰੇ ਮਿੱਤਰ ਬਣੇ, ਐਸੇ ਮਿੱਤਰ ਬਣੇ। ਇਹ ਮੇਰੇ ਹੁਣ ਪਾਵਨ ਪਵਿੱਤਰ ਮਿੱਤਰ ਚਿੱਤਰ ਸਾਰਾ ਕੁਝ ਹੈ ਨਾ, ਤੇ ਮੇਰੇ ਛਿੱਤਰ ਵੀ ਹਨ। ਜੋ ਮੈਂ ਗਲਤੀ ਕਰਨਾ ਉਹ ਮੈਨੂੰ ਦੱਸ ਦਿੰਦੇ ਨੇ ਵੀ ਇੰਜ ਨਹੀਂ ਇੰਜ। ਹਾਂਜੀ ਹਾਜ਼ਰ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਡਾਕਟਰ ਸਾਹਿਬ ਤੇ ਸਾਰੇ ਪਿਆਰੇ ਬੱਚੇ ਤੇ ਕਈ ਬੱਚਿਆਂ ਦੇ ਮਾਤਾ ਪਿਤਾ ਵੀ ਨਾਲ ਜੁੜੇ ਹੋਏ ਨੇ, ਫੈਮਿਲੀਜ਼ ਪੂਰੀਆਂ ਜੁੜੀਆਂ ਹੋਈਆਂ ਨੇ, ਤੇ ਉਹ ਉਹਨਾਂ ਦੇ ਮੈਸੇਜ ਵੀ ਮੈਨੂੰ ਆ ਰਹੇ ਨੇ, ਬਹੁਤ ਧੰਨਵਾਦ ਕਰ ਰਹੇ ਨੇ। ਔਰ ਬੱਚਿਓ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ 1980-81 ਦੇ ਨੇੜੇ ਕਿ 82 ਦਾ ਟਾਈਮ ਸੀਗਾ, ਗੁਰੂ ਨਾਨਕ ਦੇਵ ਮਿਸ਼ਨ ਦਾ ਇਹ ਟਰੈਕਟ ਅ ਸਿੱਖ ਇਨ ਗ੍ਰੀਸ, ਛੋਟਾ ਜਿਹਾ 10 ਪੇਜ ਦਾ 16 ਪੇਜ ਦਾ ਟਰੈਕਟ ਸੀਗਾ, ਕਿਤੋਂ ਮੇਰੇ ਹੱਥ ਲੱਗਾ ਤੇ ਮੈਂ ਉਹਨੂੰ 1 ਵਾਰੀ 2 ਵਾਰੀ 3 ਵਾਰੀ ਪਤਾ ਨਹੀਂ 10 ਵਾਰੀ ਤੇ ਘੱਟੋ ਘੱਟ ਪੜ੍ਹ ਲਿਆ ਜੀ। ਮੈਂ ਇਸ ਤੋਂ ਜ਼ਿਆਦਾ ਹੀ 84 ਹੋ ਗਈ ਤੇ ਮੈਂ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਕੇ ਲੁਧਿਆਣੇ ਆ ਗਿਆ। ਇੱਥੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਮੇਲ ਹੋਇਆ, ਕਿਤੇ ਮੈਂ ਮੀਟਿੰਗ ਵਿੱਚ ਸਹਿਜ ਸੁਭਾਏ ਨਾਮ ਲਿਆ ਡਾਕਟਰ ਸਾਹਿਬ ਦਾ। ਉਹ ਕਹਿੰਦੇ ਜੀ ਉਹ ਤਾਂ ਉੱਥੇ ਮਸੂਰੀ ਪੜ੍ਹਾਉਂਦੇ ਨੇ, ਤੁਸੀਂ ਜੇ ਬੜੇ ਤੁਸੀਂ ਉਹਨਾਂ ਦੇ ਫੈਨ ਲੱਗਦੇ ਹੋ, ਤੁਸੀਂ ਉਹਨਾਂ ਨੂੰ ਚਿੱਠੀ ਲਿਖ ਦਿਓ। ਬੇਟਾ ਉਹਨਾਂ ਦਿਨਾਂ 'ਚ ਟੈਲੀਫੋਨ ਇਸ ਤਰ੍ਹਾਂ ਨਹੀਂ ਹੁੰਦੇ ਸੀਗੇ,
ਸ਼ਾਇਦ 86 ਦੇ ਵਿੱਚ 87 ਦੇ ਵਿੱਚ ਮੈਂ ਡਾਕਟਰ ਸਾਹਿਬ ਨੂੰ ਚਿੱਠੀ ਲਿਖੀ ਕਿ ਮੈਂ ਤੁਹਾਡਾ ਪਾਠਕ ਹਾਂ ਜੀ, ਤੇ ਮੈਂ ਬਹੁਤ ਵਧੀਆ ਚੀਜ਼ ਹੈ, ਸਾਨੂੰ ਆਗਿਆ ਦਿਓ ਅਸੀਂ ਇਹਨੂੰ ਪੰਜਾਬੀ ਤੇ ਹਿੰਦੀ ਵਿੱਚ ਵੀ ਛਾਪ ਦਈਏ। ਤੇ ਡਾਕਟਰ ਸਾਹਿਬ ਦਾ ਜਵਾਬ ਆ ਗਿਆ ਬੜਾ ਪਿਆਰਾ ਜਿਹਾ, ਤੇ ਸਾਨੂੰ ਇਹਨਾਂ ਨੇ ਆਗਿਆ ਦੇ ਦਿੱਤੀ, ਉਹ ਛਪ ਗਈ। ਫਿਰ ਡਾਕਟਰ ਸਾਹਿਬ ਰਿਟਾਇਰ ਹੋ ਕੇ ਪਟਿਆਲੇ ਆਏ, ਤੇ ਡਾਕਟਰ ਸਾਹਿਬ ਨੇ IAS, ਦੇਖੋ ਮਸੂਰੀ ਡਾਕਟਰ ਸਾਹਿਬ IAS ਜਿਹੜੇ ਕਰ ਜਾਂਦੇ ਸੀ ਉਹਨਾਂ ਨੂੰ ਪੜ੍ਹਾਉਂਦੇ ਸੀ। ਹਿਸਾਬ ਲਗਾ ਲਓ ਜੀ, ਇੰਸਟੀਚਿਊਟ ਵਾਲੇ ਤਿਆਰ ਕਰਦੇ ਨੇ ਵੀ ਪਤਾ ਨਹੀਂ 100 ਚੋਂ 1 ਨਿਕਲਣਗੇ, ਤੇ ਜਿਹੜੇ ਉਹ 200-400 ਨਿਕਲਦੇ ਸੀ ਉਹ ਹਰ ਸਾਲ 4 ਮਹੀਨੇ ਦਾ ਫਾਊਂਡੇਸ਼ਨ ਕੋਰਸ ਮਸੂਰੀ ਵਿੱਚ ਪੜ੍ਹਾਉਂਦੇ ਸਨ ਡਾਕਟਰ ਸਾਹਿਬ। ਉੱਥੋਂ ਡਾਕਟਰ ਸਾਹਿਬ ਰਿਟਾਇਰ ਹੋਏ ਸਨ। ਤੇ ਬੜੇ ਹੀ ਮਹਾਂਪੁਰਖ ਬਠਿੰਡੇ ਵਾਲੇ, ਮੈਨੂੰ ਭੁੱਲ ਗਿਆ ਸ਼ਾਇਦ ਗੁਣਿਆਣਾ ਮੰਡੀ ਵਾਲੇ, ਮਹਾਨ ਤੀਰਥ ਸਿੰਘ ਜੀ, ਉਹਨਾਂ ਨੇ ਡਾਕਟਰ ਸਾਹਿਬ ਦੀ ਸੇਵਾ ਲਾਈ ਕਿ ਤੁਸੀਂ ਹੁਣ ਸਿੱਖ ਬੱਚਿਆਂ ਨੂੰ IAS ਬਣਾਓ। ਵਾਹ ਜੀ ਵਾਹ। ਤੇ ਡਾਕਟਰ ਸਾਹਿਬ ਕੋਈ ਭੇਟਾ ਨਹੀਂ ਸੀ ਲੈਂਦੇ, ਕੋਈ ਤਨਖਾਹ ਨਹੀਂ ਸੀ ਲੈਂਦੇ ਉਹਨਾਂ ਕੋਲੋਂ। ਉਹਨਾਂ ਨੇ ਇੱਕ ਜਗ੍ਹਾ ਦੇ ਦਿੱਤੀ, ਡਾਕਟਰ ਸਾਹਿਬ ਨੇ ਉਹ ਪੜ੍ਹਾਉਣਾ ਸ਼ੁਰੂ ਕਰਤਾ, ਤੇ ਕਮਾਲ ਹੋ ਗਈ ਜੀ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਸਾਡੇ ਪਰਿਵਾਰ ਵਿੱਚੋਂ ਇੱਕ ਨੌਜਵਾਨ ਬੇਟਾ ਕਰਨਾ ਚਾਹੁੰਦਾ ਸੀ, ਮੈਂ ਡਾਕਟਰ ਸਾਹਿਬ ਨਾਲ ਮਿਲਾਇਆ, ਤੇ ਡਾਕਟਰ ਸਾਹਿਬ ਨੇ ਐਸੀ ਉਹਦੀ ਘੁੱਟ ਕੇ ਬਾਂਹ ਫੜੀ, ਔਰ ਉਸ ਬੱਚੇ ਨੇ ਗੁਰੂ ਦੀ ਬਾਂਹ ਐਸੀ ਘੁੱਟ ਕੇ ਫੜੀ, ਜਿਹੜੀ ਗੱਲ ਡਾਕਟਰ ਸਾਹਿਬ ਨੇ ਕਹੀ ਹੈ ਨਾ। ਔਰ ਉਹ ਬੱਚਾ ਅੱਜ IG ਪੁਲਿਸ ਹੈ। ਤੁਹਾਡੇ ਚੋਂ ਕਈ ਜਾਣਦੇ ਨੇ, ਜਿਹੜੇ ਸਾਡੇ ਇੱਥੇ ਮਿਲੇ ਵੀ ਨੇ, ਕੈਂਪਾਂ ਤੇ ਵੀ ਕਈ ਵਾਰੀ ਆਏ ਨੇ ਆਨਲਾਈਨ ਕਲਾਸਿਸ ਵਿੱਚ। ਇੱਕ ਹੋਰ ਬੇਟਾ ਸੁਕ੍ਰਿਤ ਬਣਨ ਤੋਂ ਬਾਅਦ, ਜਿਹੜਾ ਅੱਜ ਕੱਲ CBI ਦੇ ਵਿੱਚ ਬਹੁਤ ਵੱਡਾ ਆਫੀਸਰ ਹੈ, ਦਿੱਲੀ ਵਿੱਚ ਪੋਸਟਡ ਹੈ, DIG ਹੈ। ਹਾਂਜੀ, DIG ਹੋ ਗਏ ਜੀ ਹੁਣ। ਔਰ ਡਾਕਟਰ ਸਾਹਿਬ ਦੀ ਇਹ ਜਿਹੜੀ ਹੈ ਗੱਲ ਵੀ ਬੱਚੇ ਬੜੇ ਪੜ੍ਹਾਏ, ਬੜੇ ਅੱਗੇ ਨਿਕਲੇ, ਪਰ ਡਾਕਟਰ ਸਾਹਿਬ ਕਹਿੰਦੇ ਨੇ ਜਿਹੜੇ ਗੁਰੂ ਨਾਲ ਜੁੜੇ, ਜਿਹੜੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਂਦੇ ਨੇ, ਉਹ ਬਹੁਤ ਵੱਡੀ ਗੱਲ। ਸੋ ਸਾਰੇ ਬੱਚਿਓ, ਤੁਹਾਡੇ ਲਈ ਸੁਨੇਹਾ ਅੱਜ ਇਹ ਹੈ ਕਿ ਦੁਨੀਆ ਦੀਆਂ ਚੜ੍ਹਾਈਆਂ, ਪੜ੍ਹਾਈਆਂ, ਮਿਹਨਤਾਂ, ਸਕਾਲਰਸ਼ਿਪ, ਇੱਜ਼ਤਾਂ ਜਿੰਨੀਆਂ ਮਰਜ਼ੀ ਖੱਟ ਲਈਏ, ਜੇ ਗੁਰੂ ਸਾਡੇ ਨਾਲ ਹੈ ਤੇ ਉਹਨਾਂ ਇੱਜ਼ਤਾਂ ਵਿੱਚੋਂ ਆਨੰਦ ਮਿਲੇਗਾ। ਨਹੀਂ ਤੇ ਖਿਮਾ ਕਰਨਾ, ਪੈਸਾ ਆ ਜਾਏਗਾ ਤਾਂ ਵੀ ਕਲੇਸ਼ ਹੋਏਗਾ, ਸੈਲੀਬ੍ਰਿਟੀ ਬਣ ਜਾਓਗੇ ਤਾਂ ਵੀ ਦੁਖੀ ਹੋਵੋਗੇ। ਇਹ ਜਿਹੜਾ ਵਿਗਾਸ ਦਾ ਗੁਰੂ ਸਾਹਿਬ ਨੇ ਸਾਨੂੰ ਮਾਰਗ ਦੱਸਿਆ ਨਾ, ਨਾਨਕ ਭਗਤਾਂ ਸਦਾ ਵਿਗਾਸ। ਦੁਨੀਆ ਦੀਆਂ ਵਡਿਆਈਆਂ ਨਾਲ ਵਿਗਾਸ ਨਹੀਂ ਹੈ ਵੀ ਮੇਰੇ ਲਾਈਕ ਕਿੰਨੇ ਹੋ ਗਏ, ਮੈਨੂੰ ਫੋਲੋ ਕਿੰਨੇ ਕਰ ਰਹੇ ਨੇ। ਬੇਟਾ ਜੀ, ਅੱਜ ਜਿਹੜੇ ਤੁਸੀਂ 87-100 ਪਰਿਵਾਰ ਜੁੜੇ ਹੋ ਨਾ, ਮੇਰੇ ਮਨ 'ਚ ਕਈ ਵਾਰੀ ਆਉਂਦਾ ਹੈ ਕਿ ਡਾਕਟਰ ਬ੍ਰਿਜਪਾਲ ਸਿੰਘ ਜੀ ਇੱਕ ਸੈਲੀਬ੍ਰਿਟੀ ਕਿਉਂ ਨਹੀਂ ਹੈਗੇ। ਵੈਸੇ ਮੇਰਾ ਸਵਾਲ ਵੀ ਗਲਤ ਹੈ, ਉਹ ਸੈਲੀਬ੍ਰਿਟੀ ਹੈਗੇ ਨੇ, ਪਰ ਜਿਵੇਂ ਦੀ ਸੈਲੀਬ੍ਰਿਟੀ ਅਸੀਂ ਅੱਜ ਕੱਲ ਦੇਖਦੇ ਹਾਂ ਵੀ ਜਿਨ੍ਹਾਂ ਦੇ ਨਾਮ ਦੇ ਉੱਤੇ ਲੋਕੀ ਬੜੇ ਬੜੇ ਉਹ ਕਰਦੇ ਨੇ ਵੀ ਆ ਤੁਹਾਨੂੰ ਹਾਇਰ ਕੀਤਾ ਜੀ, ਤੁਸੀਂ ਇਹਦੇ ਐਂਬੈਸਡਰ ਬਣ ਗਏ ਜੀ, ਹੁਣ ਰੋਜ਼ TV ਤੇ ਆ ਰਹੇ ਹੋ, ਅਖਬਾਰਾਂ ਤੇ ਆ ਰਹੇ ਹੋ। ਨਹੀਂ, ਮੈਂ ਸੋਚਦਾ ਸੈਲੀਬ੍ਰਿਟੀ ਇਹੋ ਜਿਹਾ ਹੋਣਾ ਜਿਹੜਾ ਬੜਾ ਪਪੂਲਰ ਹੋਵੇ, ਰੇਡੀਓ TV ਤੇ ਹੋਵੇ, ਅਖਬਾਰਾਂ 'ਚ ਹੋਵੇ, ਸੋਸ਼ਲ ਮੀਡੀਆ ਤੇ ਹੋਵੇ, ਸੌਖਾ ਜੀ, ਪਰ ਛੁਪੇ ਰਹਿਣਾ ਬਹੁਤ ਔਖਾ ਜੀ। ਔਰ ਅੱਜ ਸਾਨੂੰ ਸਾਰਿਆਂ ਨੂੰ ਮਾਣ ਮਿਲਿਆ ਕਿ ਡਾਕਟਰ ਸਾਹਿਬ ਨੇ ਸਾਨੂੰ ਸੰਗਤ ਦਿੱਤੀ ਹੈ। ਔਰ ਜੇ ਮੈਂ ਬੁਲਾਉਂਦਾ ਨਾ, ਡਾਕਟਰ ਸਾਹਿਬ ਨੇ ਨਹੀਂ ਸੀ ਆਉਣਾ, ਕਿਉਂਕਿ ਮੇਰੀਆਂ ਬੜੀਆਂ ਮੁਰਖਤਾਈਆਂ ਨੇ, ਤੇ ਮੈਂ ਬੱਚਿਆਂ ਨੂੰ ਬੇਨਤੀ ਕੀਤੀ ਵੀ ਮੈਂ ਪਿੱਛੇ ਲੁਕ ਜਾਣਾ ਤੇ ਤੁਸੀਂ ਬੁਲਾਓ ਡਾਕਟਰ ਸਾਹਿਬ ਨੂੰ, ਫਿਰ ਆਣਗੇ ਡਾਕਟਰ ਸਾਹਿਬ। ਤੇ ਬੜੀ ਬਖਸ਼ਿਸ਼ ਇਹਨਾਂ ਤੇ। ਔਰ ਇਹ ਤੇ ਮੈਂ 2 ਤੁਹਾਨੂੰ ਬੇਟਾ ਐਗਜ਼ਾਮਪਲ ਸੁਣਾਏ ਨੇ। ਇੱਕ ਬੱਚੇ ਨੇ ਬਹੁਤ ਵੱਡੀ ਸਕਾਲਰਸ਼ਿਪ ਲਈ ਅਪਲਾਈ ਕਰਨਾ ਸੀ, ਤੇ ਉਹ ਘਬਰਾ ਰਿਹਾ ਸੀ ਬੱਚਾ। ਮੈਂ ਉਹਨੂੰ ਬੜਾ ਸਮਝਾਇਆ, ਉਹ ਮੇਰੇ ਸਮਝਾਏ ਸਮਝਿਆ ਹੀ ਨਹੀਂ ਉਹ। ਤੇ ਮੈਂ ਕਿਹਾ ਚਲੋ ਡਾਕਟਰ ਸਾਹਿਬ ਨਾਲ ਗੱਲ ਕਰਾ ਦਈਏ। ਤੇ ਡਾਕਟਰ ਸਾਹਿਬ ਨੇ ਨਾ ਇੱਕ ਬੜੇ ਭੋਲੇ ਪਾਏ ਗੱਲ ਕਹੀ, ਬੇਟਾ ਜੀ ਆਪੇ ਵਿਦ ਬਣ ਜਾਏਗੀ। ਸਾਰੇ ਬੋਲਿਓ ਇੱਕ ਵਾਰੀ ਜੀ, ਆਪੇ ਵਿਦ ਬਣ ਜਾਏਗੀ। ਭਰੋਸਾ ਰੱਖੋ ਵਾਹਿਗੁਰੂ ਤੇ, ਸਾਰਾ ਕੁਝ ਤੁਸੀਂ ਆਪੇ ਨਹੀਂ ਕਰਨਾ, ਵਾਹਿਗੁਰੂ ਨੇ ਵੀ ਤੇ ਕੁਝ ਕਰਨਾ ਹੈ ਨਾ, ਉਹਨੇ ਵਿਦ ਬਣਾ ਦੇਣੀ ਹੈ, ਕਿਵੇਂ ਤੁਹਾਨੂੰ ਟੌਪ ਤੇ ਲੈ ਕੇ ਜਾਣਾ ਹੈ। ਸੋ ਅਸੀਂ ਆਪਣੀ ਭਗਤੀ, ਮੈਡੀਟੇਸ਼ਨ, ਸਿਮਰਨ, ਜੋ ਵੀ ਸ਼ਬਦ ਅਸੀਂ ਕਹਿੰਦੇ ਆ, ਅਸੀਂ ਸਾਰੇ ਪਰਮਾਤਮਾ ਪੱਖੀ ਹੋਈਏ ਬੇਟਾ। ਮੈਂ ਬਾਰ-ਬਾਰ ਗੱਲ ਕਹਿਣਾ, ਕਰੋਨਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੀ ਵਿਚਾਰਧਾਰਾ ਨੇ ਸਾਰੀ ਦੁਨੀਆ ਦਾ ਦਿਲ ਜਿੱਤ ਲਿਆ। ਵੀ ਇਹ ਚਾਹ ਦੇ ਲੰਗਰ ਲਾਉਂਦੇ ਸੀ, ਹੁਣ ਸਾਹ ਦੇ ਵੀ ਲੰਗਰ ਲਾ ਰਹੇ ਨੇ। ਹੋਏ ਹੋਏ ਹੋਏ, ਉਹ ਕਰੋਨਾ ਦੇ ਜਿਹੜੇ ਡੈਡ ਬੋਡੀ ਸੀ, ਘਰ ਦੇ ਡਰੇ ਹੋਏ ਸੀ, ਇਹ ਉਹਨਾਂ ਨੂੰ ਢੋ ਰਹੇ ਸੀ। ਸਾਰੇ ਸੰਸਾਰ ਵਿੱਚ ਲੰਗਰ ਲੱਗੇ, ਲੋੜਵੰਦਾਂ ਦੀ ਮਦਦ ਹੋਈ।
ਕਿਉਂਕਿ ਅਸੀਂ ਸਾਰਿਆਂ ਨੂੰ ਆਪਣਾ ਸਮਝਦੇ ਹਾਂ। ਅਸੀਂ ਇਹ ਨਹੀਂ ਕਹਿੰਦੇ ਵੀ ਸਿਰਫ ਇਹ ਪੱਗ ਵਾਲੇ ਸਾਡੇ ਨੇ, ਕਕਾਰ ਵਾਲੇ ਸਾਡੇ ਨੇ, ਨਹੀਂ, ਸਾਰਿਆਂ ਵਿੱਚ ਉਹਦੀ ਜੋਤ ਦੇਖਣੀ ਤੇ ਸਾਰਿਆਂ ਨੂੰ ਪਿਆਰ ਕਰਨਾ, ਸਾਰਿਆਂ ਨੂੰ ਪ੍ਰਫੁੱਲਤ ਕਰਨ 'ਚ ਮਦਦ ਕਰਨੀ। ਤੇ ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ, ਇਹ ਸਾਰੇ ਜਿਹੜੇ ਬੱਚੇ ਅੱਜ ਇੱਥੇ ਜੁੜੇ ਨੇ, ਸਾਨੂੰ ਬੜੀ ਡਿਮਾਂਡ ਸੀ ਕਿ ਪਲੇਟਫਾਰਮ ਵੱਡਾ ਕਰੋ, 500 ਵਾਲਾ ਪਲੇਟਫਾਰਮ ਕਰੋ ਜਾਂ YouTube ਤੇ ਵੀ ਚਲਾਓ। ਅਸੀਂ ਕੋਸ਼ਿਸ਼ ਵੀ ਕੀਤੀ, ਪਰ ਸਾਡਾ ਮਨ ਸੀ ਜਿਹੜੇ ਰਾਊਂਡ 2 ਦੇ ਸਿਲੈਕਟਡ ਬੱਚੇ ਨੇ, ਪਹਿਲ ਉਹਨਾਂ ਦੀ ਹੈ। ਸੋ ਇਹ ਸਾਰੇ ਬੱਚੇ ਸਾਡੇ ਰਾਊਂਡ 2 ਚ ਆ ਗਏ ਨੇ। ਇਹਨਾਂ ਚੋਂ ਬਹੁਤਿਆਂ ਨੂੰ ਜਿਹੜੀ ਕਿਤਾਬ ਗਈ ਹੈ ਉਹ ਅਸਲ ਵਿਦਿਆ ਗਈ ਹੈ। ਡਾਕਟਰ ਜਸਵੰਤ ਸਿੰਘ ਨੇਕੀ ਜੀ, ਜਿਹੜੇ ਆਪ ਜੀ ਦੇ ਬੜੇ ਚੰਗੇ ਮਿੱਤਰ ਰਹੇ ਨੇ ਔਰ ਬੜੇ ਕਮਾਲ ਦੇ ਸਾਈਕੈਟਰਿਸਟ, ਤੇ ਇੰਗਲਿਸ਼ ਵਿੱਚ ਪਲਸ ਆਫ ਵਿਜ਼ਡਮ ਵੀ ਕਈ ਬੱਚਿਆਂ ਨੂੰ ਮਿਲੀ ਹੈ। ਸੋ ਪਿਆਰੇ ਬੱਚਿਓ, ਵੀ ਹੁਣ ਤੁਸੀਂ ਸਾਰਿਆਂ ਨੇ ਰਾਊਂਡ 2 ਵਿੱਚ ਵੀ ਮਿਹਨਤ ਕਰਨੀ ਹੈ। ਤੇ ਡਾਕਟਰ ਨੇਕੀ ਤਾਂ ਇਸ ਸੰਸਾਰ ਵਿੱਚ ਨਹੀਂ ਨੇ, ਪਰ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਮਿਸਿਸ ਨੇਕੀ ਨੇ, ਉਹਨਾਂ ਨਾਲ ਤੁਹਾਡਾ ਕਦੇ ਰੂਬਰੂ ਕਰਾ ਸਕੀਏ। ਔਰ ਬੇਟਾ ਜੀ, ਇਹ ਕੇਵਲ ਤੁਹਾਨੂੰ ਦੁਨਿਆਵੀ ਪੌੜੀਆਂ ਚੜਾਉਣ ਦਾ ਪਲੇਟਫਾਰਮ ਨਹੀਂ ਹੈ, ਜਾਂ ਕੇਵਲ 10, 20, 50 ਹਜ਼ਾਰ ਦਾ ਇਨਾਮ ਦੇਣ ਵਾਲਾ ਵੀ ਨਹੀਂ ਹੈ। ਇਹ ਪਲੇਟਫਾਰਮ ਹੈ ਕਿ ਅਸੀਂ ਸੱਚੀ ਮੁੱਚੀ ਇਹੋ ਜਿਹੇ ਜੀਉੜੇ ਬਣ ਸਕੀਏ, ਜਿਹੜੇ ਜਿੱਥੇ ਜਾਈਏ ਸਾਰੇ ਸੰਸਾਰ ਵਿੱਚ ਵਾਹਿਗੁਰੂ ਦਾ ਸੁਨੇਹਾ ਲੈ ਕੇ ਜਾਈਏ, ਸਰਬੱਤ ਦਾ ਭਲਾ ਕਰ ਸਕੀਏ। ਇਹ ਦੁਨੀਆ ਜਿਹੜੀ ਹੈ ਵੱਖ-ਵੱਖ ਵਿਚਾਰਧਾਰਾਵਾਂ ਨਾਲ ਤੇ ਆਪਣੇ ਆਪਣੇ ਦੂਜੇ ਨੂੰ ਸਹਿਣ ਹੀ ਨਹੀਂ ਕਰਦੀ, ਉਹਨੂੰ ਮਾਰਨ ਤੇ ਜਾ ਰਹੀ ਹੈ। ਇਹੋ ਜਿਹਾ ਸਮਾਜ ਸਾਡਾ ਬਣਦਾ ਜਾ ਰਿਹਾ ਹੈ। ਸਾਡੀ ਜ਼ਿੰਮੇਵਾਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਦੀ ਬਹੁਤ ਵੱਧ ਜਾਂਦੀ ਹੈ ਕਿ ਅਸੀਂ ਟੌਪ ਦੀ ਪੋਸਟ ਤੇ ਪਹੁੰਚੀਏ ਤੇ ਉੱਥੇ ਨਿਮਰਤਾ ਵਿੱਚ ਰਹਿ ਕੇ, ਸੱਚ ਵਿੱਚ ਰਹਿ ਕੇ, ਅਪਰਾਈਟ। ਡਾਕਟਰ ਮਨਮੋਹਨ ਸਿੰਘ ਨੇ ਬ੍ਰਿਜਪਾਲ ਜੀ ਬਾਰੇ ਲਿਖਿਆ ਸੀ ਕਿ ਮੇਰੇ ਕੋਲ ਇੰਨੇ ਨੰਬਰ ਹੀ ਨਹੀਂ ਹੈਗੇ ਜਿਹੜੇ ਮੈਂ ਇਹਨਾਂ ਨੂੰ ਦੇ ਸਕਾਂ। ਔਰ ਦੇਖੋ, ਡਾਕਟਰ ਮਨਮੋਹਨ ਸਿੰਘ, ਸਾਰਾ ਸੰਸਾਰ ਚਾਹੇ ਪੋਲੀਟੀਕਲ ਲੋਕ ਕੁਝ ਵੀ ਕਰਨ, ਉਹਨਾਂ ਦੀ ਇੱਜ਼ਤ ਕਰਦੇ ਨੇ ਕਿ ਬੜੇ ਸੱਚੇ ਸੁੱਚੇ ਬੰਦੇ ਨੇ, ਇਹ ਬੜੇ ਇਮਾਨਦਾਰ ਬੰਦੇ ਨੇ, ਬੜੇ ਇੰਟੈਲੀਜੈਂਟ ਬੰਦੇ ਨੇ। ਔਰ ਜਦੋਂ ਪ੍ਰਧਾਨ ਮੰਤਰੀ ਬਣੇ ਸੀ, ਮੈਂ ਮਿਲਣ ਗਿਆ ਸੀ ਉਹਨਾਂ ਨੂੰ, ਤੇ ਉਹਨਾਂ ਦੀ ਮਿਸਿਸ ਨੇ ਮੈਨੂੰ ਦੱਸਿਆ ਕਿ ਰੋਜ਼ ਸਵੇਰੇ ਲਾਨ ਵਿੱਚ ਸੈਰ ਕਰਦੇ ਨੇ ਤੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ। ਜਦੋਂ ਘਰੋਂ ਨਿਕਲਦੇ ਨੇ ਅਰਦਾਸ ਕਰਕੇ ਨਿਕਲਦੇ ਨੇ। ਦੇਖੋ, ਸਾਨੂੰ ਉਹਨਾਂ ਦੀ ਪੋਲੀਟੀਕਲ ਫੇਸ ਨਜ਼ਰ ਆਉਂਦਾ ਹੈ, ਪਰ ਸਪਿਰਿਚੁਅਲ ਫੇਸ ਜਿਹੜਾ ਹੈਗਾ ਨਾ, ਇਹ ਡਾਕਟਰ ਮਨਮੋਹਨ ਸਿੰਘ ਜੀ, ਡਾਕਟਰ ਵਿਜਪਾਲ ਸਿੰਘ ਜੀ, ਡਾਕਟਰ ਜਸਵੰਤ ਸਿੰਘ ਨੇਕੀ, ਇਹੋ ਜਿਹੀ ਲਿਸਟ ਹੋਰ ਬੜੀ ਲੰਮੀ ਹੈ। ਇੱਕ ਡਾਕਟਰ ਇੰਦਰਜੀਤ ਸਿੰਘ, ਪੰਜਾਬ ਐਂਡ ਸਿੰਧ ਬੈਂਕ ਵਾਲੇ, ਤੇ ਹੋਰ ਬਹੁਤ ਸਾਰੀਆਂ ਐਸੀਆਂ ਸ਼ਖਸੀਅਤਾਂ ਜਿਹੜੀਆਂ ਨੇ ਅਸੀਂ ਇਸ ਕੰਪੀਟੀਸ਼ਨ ਦੇ ਦੌਰਾਨ ABC ਐਸਪੀਰੇਸ਼ਨ ਬਿਲਡਿੰਗ ਕੈਂਪੇਨ ਦੇ ਦੌਰਾਨ ਲੈ ਕੇ ਆਵਾਂਗੇ। ਔਰ ਮੈਂ ਚਾਹਾਂਗਾ ਬੇਟਾ, ਅਸੀਂ ਤੁਹਾਡੇ ਲਈ ਕੁਝ ਕਸਟਮਾਈਜ਼ਡ ਲੀਡਰਸ਼ਿਪ ਡਰਿਲਸ ਵੀ ਤਿਆਰ ਕਰ ਰਹੇ ਹਾਂ। ਤੁਹਾਡੇ ਚੋਂ ਜਿਹੜੇ ਬੱਚੇ ਉਹ ਡਰਿਲਸ ਕਰਨਾ ਚਾਹਣਗੇ ਲੀਡਰਸ਼ਿਪ ਰੋਲ ਦੀਆਂ, ਉਹਨਾਂ ਨੂੰ ਅਸੀਂ ਉਹ ਵੀ ਦਿਆਂਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹਿ ਦਿਲੋਂ ਧੰਨਵਾਦ ਡਾਕਟਰ ਬ੍ਰਿਜਪਾਲ ਸਿੰਘ ਜੀ ਦਾ ਤੇ ਸਰਬਜੀਤ ਅੰਕਲ ਜੀ ਦਾ। ਮੈਨੂੰ ਲੱਗਦਾ ਹੈ ਵੀ ਸਾਡੀ ਇਸ ਕੈਂਪੇਨ ਨੂੰ ਅੱਜ ਇੱਕ ਨਵਾਂ ਉਤਸ਼ਾਹ ਮਿਲਿਆ ਹੈ ਡਾਕਟਰ ਬ੍ਰਿਜਪਾਲ ਸਿੰਘ ਜੀ ਦੇ ਆਉਣ ਨਾਲ, ਤੇ ਅੱਗੇ ਇਸ ਉਤਸ਼ਾਹ ਨਾਲ, ਇਸ ਨਵੇਂ ਜੋਸ਼ ਨਾਲ, ਇਸ ਅਸੀਸ ਨਾਲ ਅਸੀਂ ਇਸ ਕੈਂਪੇਨ ਵਿੱਚ ਹੋਰ ਬੜੀ ਅੱਗੇ ਤੱਕ ਜਾਵਾਂਗੇ। ਤੇ ਮੈਂ ਸੰਦੀਪ ਭੈਣ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਡਾਕਟਰ ਬ੍ਰਿਜਪਾਲ ਸਿੰਘ ਜੀ ਦਾ ਧੰਨਵਾਦ ਕਰਨ ਤੇ ਫਿਰ ਅਸੀਂ ਸਮਾਪਤੀ ਕਰੀਏ। ਪਹੁੰਚ ਗਿਆ, ਧੰਨਵਾਦ ਪੁੱਤਰੇ। ਕਿਸੇ ਸਟੂਡੈਂਟ ਨੂੰ ਕਹਿ ਦੋ ਬੇਟਾ ਜੀ, ਹਰਗੁਨੀਤ ਜੀ ਤੁਸੀਂ 2 ਸ਼ਬਦ ਬੋਲ ਦੋ ਜੀ, ਕੋਈ ਨਹੀਂ। ਅਨਮਿਊਟ ਕਰ ਲਓ ਬੇਟਾ, ਹਰਗੁਨੀਤ ਜੀ ਨੂੰ ਅਨਮਿਊਟ ਕਰ ਦੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਬਹੁਤ ਜ਼ਿਆਦਾ ਲੱਕੀ ਹਾਂ ਕਿ ਸਾਨੂੰ ਬ੍ਰਿਜਪਾਲ ਸਿੰਘ ਜੀ ਦੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਹੈ। ਇੱਕ ਨਵਾਂ ਉਤਸ਼ਾਹ ਪੈਦਾ ਹੋਇਆ ਕਿ ਅਸੀਂ ਹੋਰ ਅੱਗੇ ਵਧੀਏ, ਹੋਰ ਮਿਹਨਤ ਕਰੀਏ, ਰੱਬ ਦੇ ਨਾਲ ਜੁੜੀਏ। ਤੇ ਬਹੁਤ ਅੱਛਾ ਲੱਗਿਆ ਅੱਜ ਦਾ ਸੈਸ਼ਨ ਅਟੈਂਡ ਕਰਕੇ। ਔਰ ਬ੍ਰਿਜਪਾਲ ਸਿੰਘ ਜੀ ਦਾ ਬਹੁਤ ਬਹੁਤ ਥੈਂਕ ਯੂ ਅੱਜ ਦੇ ਸੈਸ਼ਨ ਵਿੱਚ ਸਾਡੇ ਨਾਲ ਜੁੜਨ ਵਾਸਤੇ ਐਂਡ ਸਾਨੂੰ ਇੰਨਾ ਕੁਝ ਦੱਸਣ ਵਾਸਤੇ,
ਇੰਨਾ ਕੁਝ ਸਿਖਾਉਣ ਵਾਸਤੇ ਹੋਰ ਔਰ ਰੱਬ ਦੇ ਨਾਲ ਜੋੜਨ ਵਾਸਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਟੂਡੈਂਟ ਕੋਈ ਹੋਰ ਵੀ ਜਿਹੜੇ ਕਰਨਾ ਚਾਹੁੰਦੇ ਨੇ ਜੀ, ਆਪਣੇ ਮਨ ਦੇ ਵਲਵਲੇ ਦੇ ਦਿਓ ਸਮਾਂ ਜੀ। ਇੰਦਰਪਾਲ ਜੀ। ਹਾਂਜੀ, Anyone? ਹਰਮਨਦੀਪ ਸਿੰਘ ਜੀ। ਉਹਨਾਂ ਸਾਰਿਆਂ ਨੂੰ ਹਰਮਨਦੀਪ ਸਿੰਘ ਜੀ। ਮੇਰਾ ਟੈਲੀਫੋਨ ਨੰਬਰ ਦੇ ਦਿਓ। ਹਾਂਜੀ ਉਹਨਾਂ ਨੂੰ ਮੇਰਾ ਟੈਲੀਫੋਨ ਨੰਬਰ ਦੇ ਦਿਓ ਹਾਂਜੀ। ਤੇ ਜਦੋਂ ਚਾਹਣ ਮੇਰੇ ਨਾਲ ਲਓ ਜੀ, ਲਓ ਬੇਟਾ ਸਵੇਰੇ ਜੀ, ਲਓ 9:30 ਤੁਹਾਡੀ ਲਾਟਰੀ ਵਜੇ ਖੁੱਲ ਗਈ। ਇਹ ਲਿਖੋ ਬੇਟਾ, ਟੈਲੀ